ਕੁਝ ਲੋਕਾਂ ਦਾ ਸ਼ਾਇਦ ਤੁਹਾਡੇ ਤੇ ਇਹ ਕਹਿ ਸਕਦੇ ਹਾਂ ਕਿ ਇਲਜ਼ਾਮ ਵੀ ਹੈ ਜਾਂ ਕਹਿ ਸਕਦੇ ਹਾਂ ਤੁਹਾਨੂੰ ਸਵਾਲ ਵੀ ਕਰ ਰਹੇ ਨੇ ਕਿ ਸੋਸ਼ਲ ਵਰਕ ਕਰਦੇ ਕਰਦੇ ਤੁਸੀਂ ਰਾਜਨੀਤੀ ਵਿੱਚ ਆ ਗਏ ਹੋ। ਕੀ ਸੋਸ਼ਲ ਵਰਕ ਤੁਸੀਂ ਰਾਜਨੀਤੀ ਦੇ ਵਿੱਚ ਆਉਣ ਲਈ ਕਰ ਰਹੇ ਸੀ? ਮੇਰਾ ਕਦੇ ਵੀ ਇਹ ਬਚਪਨ ਤੋਂ ਮੋਟਿਵ ਨਹੀਂ ਸੀਗਾ ਕਿ ਮੈਂ ਕਦੇ ਰਾਜਨੀਤੀ ਦੇ ਵਿੱਚ ਆਉਣਾ ਹੈ। ਇੱਕ ਹਫ਼ਤਾ ਪਹਿਲਾਂ ਤੱਕ ਵੀ ਮੇਰਾ 1% ਵੀ ਕੋਈ ਵਿਚਾਰ ਨਹੀਂ ਸੀਗਾ। ਪਰ ਜੋ ਵੀ ਮੰਡੀ ਵਾਸੀ ਸ਼ਹਿਰ ਵਾਸੀ ਮੈਨੂੰ ਜਾਣਦੇ ਨੇ ਔਰ ਮੇਰੇ ਪਰਿਵਾਰ ਨੂੰ ਜਾਣਦੇ ਨੇ, ਸਾਡਾ ਪਿਛੋਕੜ ਹੀ ਸੇਵਾ ਦਾ ਰਿਹਾ ਹੈ। ਜਦੋਂ ਵੀ ਅਸੀਂ ਕੋਈ ਐਕਟੀਵਿਟੀ ਅੱਜ ਤੱਕ ਕੀਤੀ ਹੈ, ਮੈਂ ਆਪਣੇ ਆਪ ਨੂੰ ਕਦੇ ਅੱਗੇ ਨਹੀਂ ਰੱਖਿਆ। ਮੈਂ ਹਮੇਸ਼ਾ ਸੰਸਥਾ ਦੇ ਪਿੱਛੇ ਰਹਿ ਕੇ ਕੰਮ ਕੀਤਾ ਹੈ। ਪਰ ਜਦੋਂ ਵੀ ਕੋਈ ਬੰਦਾ ਚੋਣਾਂ ਲੜਦਾ ਹੈ, ਚਾਹੇ ਉਹ MC ਦੇ ਨੇ, ਚਾਹੇ ਉਹ MLA ਦੇ ਨੇ, ਚਾਹੇ ਉਹ MP ਦੇ ਨੇ, ਤਾਂ ਹਰ ਬੰਦਾ ਪਹਿਲਾਂ ਤਾਂ ਇਹੀ ਕਹਿੰਦਾ ਹੈ ਕਿ ਰਾਜ ਨਹੀਂ ਜੀ, ਮੈਂ ਸੇਵਾ ਕਰਨ ਆ ਰਿਹਾ। ਪਰ ਆਪਣੇ ਬੇਭਾਗੀ ਇਹ ਆਪਣੇ ਦੇਸ਼ ਦੇ ਲੀਡਰਾਂ ਨੇ ਇੱਥੇ ਇਸ ਸੇਵਾ ਦੇ ਕੰਮ ਨੂੰ ਇੱਕ ਨਿਰਾ ਪੂਰਾ ਧੰਦਾ, ਚੋਰੀ ਚਕਾਰੀ, ਝੂਠ ਚਕਾਰੀ ਦਾ ਇੱਕ ਅੱਡਾ ਬਣਾ ਦਿੱਤਾ ਹੈ, ਜਿਸ ਕਰਕੇ ਬਹੁਤਾ ਲੋਕ ਇਸ ਨਾਲ ਨਫ਼ਰਤ ਕਰਨ ਲੱਗ ਗਏ ਨੇ। ਅਤੇ ਮੈਂ ਇਸ ਨਾਲ ਜੁੜਦਾ, ਮੇਰਾ ਮਕਸਦ ਹੀ ਇਹ ਹੈ ਕਿ ਰਾਜਨੀਤੀ ਦੀ ਜੋ ਛਵੀ ਲੋਕਾਂ ਨੇ ਬਣਾਈ ਹੋਈ ਹੈ ਹਿੰਦੁਸਤਾਨ ਦੇ ਵਿੱਚ, ਉਸ ਨੂੰ ਬਦਲਣਾ ਹੈ। ਉਹ ਪੁਰਾਣੀਆਂ ਘਿਸੀਆਂ ਪਿੱਟੀਆਂ ਉਹੀ ਜੋ ਆਪਣੀਆਂ ਬਾਈਟਸ ਜਾਂ ਨਿਊਜ਼ ਹੁੰਦੀਆਂ ਨੇ ਲੀਡਰਾਂ ਦੇ ਵੱਡੇ ਵੱਡੇ ਰੈਲੀਆਂ 'ਚ ਵਾਅਦੇ, ਉਹੀ ਸੁਣਦੇ ਨੇ ਅਤੇ ਉਹੀ ਰਿਪੀਟ ਕਰੀ ਜਾਂਦੇ ਨੇ। ਉਹ ਹੁੰਦੇ ਨੇ ਜਿਵੇਂ ਕਹਿੰਦੇ ਮਿੱਠੇ ਲੋਲੀਪੌਪ। ਮੈਂ ਪਿਛਲੇ 2 ਸਾਲਾਂ ਦੇ ਕਾਗਜ਼ ਜੋ ਉਹਦੇ ਵਿੱਚ ਕੀ ਸਰਕਾਰੀ ਜਾਂ ਮੇਰੀਆਂ ਪ੍ਰਪੋਜ਼ਲਾਂ ਜਾਂ ਬੁੱਲੀਪ੍ਰਿੰਟ ਮੇਰੇ ਤਿਆਰ ਕੀਤੇ ਨੇ, ਮੈਂ ਪੇਸ਼ ਕਰ ਸਕਦਾ। ਤੁਹਾਨੂੰ 15 ਦਿਨਾਂ ਦੇ ਵਿੱਚ ਇਸ ਪਾਰਕ ਦੀ ਨੁਹਾਰ ਬਦਲ ਕੇ ਦਿਖਾਵਾਂਗੇ। ਜੀ ਬਿਲਕੁਲ, ਜੈਸੇ ਆਪਣਾ ਹੁਣ ਹਰ ਬੰਦਾ, ਮੈਂ ਸੁਣਦਾ ਆ ਰਿਹਾ ਕਾਫੀ, ਜਦੋਂ ਦਾ ਚੋਣ ਮੁਹਿੰਮ ਸ਼ੁਰੂ ਹੋਈ ਹੈ, ਹਰ ਬੰਦੇ ਦਾ ਇੱਕੋ ਹੀ ਸਟੇਟਮੈਂਟ ਹੁੰਦੀ ਹੈ, ਜੀ ਅਸੀਂ ਪਾਰਕ ਬਣਾਵਾਂਗੇ। ਤਾਂ ਮੈਂ ਬੜਾ ਦੇਖਿਆ ਕਮੈਂਟਾਂ ਦੇ ਵਿੱਚ ਲੋਕਾਂ ਦੇ ਤੰਜ ਰੂਪੀ ਮੈਸੇਜ ਹੁੰਦੇ ਨੇ ਕਿ ਇਹ ਪਾਰਕ ਗਲੀਆਂ ਦੇ ਵਿੱਚ, ਸੜਕਾਂ ਦੇ ਉੱਤੇ ਬਣਾਏ ਜਾਣਗੇ। ਕਮੇਟੀ ਨੇ ਸਟਰੀਟ ਲਾਈਟਾਂ ਤਾਂ ਜ਼ਰੂਰ ਲਗਾਈਆਂ ਹੁੰਦੀਆਂ ਨੇ, ਪਰ ਉਹ ਬਹੁਤ ਵਾਰ ਦੇਖਦੇ ਹਾਂ ਦਿਨੇ ਚੱਲ ਰਹੀਆਂ ਹੁੰਦੀਆਂ, ਰਾਤ ਨੂੰ ਚੱਲਦੀਆਂ ਨਹੀਂ। ਮੇਰੇ ਵਰਗੇ ਕੈਂਡੀਡੇਟ ਜਦੋਂ ਤਾਂ ਵੋਟਾਂ ਹੁੰਦੀਆਂ, ਘਰ ਘਰ ਜਾ ਕੇ ਪੈਰੀ ਹੱਥ ਲਾ ਕੇ ਹਾੜੇ ਕੱਢਦੇ ਨੇ ਵੀ ਇਹਨੂੰ ਬਣਾਓ ਜੀ, ਮੈਂ ਤੁਹਾਡੇ ਕੰਮ ਆਵਾਂਗਾ। ਪਰ ਜਦੋਂ ਇੱਕ ਅਸੀਂ ਸੀਟ 'ਤੇ ਬਹਿ ਜਾਂਦੇ ਹਾਂ ਤਾਂ ਸਾਡਾ ਫੋਨ ਵੀ ਬੰਦ ਆਉਣ ਲੱਗ ਜਾਂਦਾ ਅਤੇ ਲੋਕਾਂ ਨੂੰ ਅਸੀਂ ਮਿਲਣੋਂ ਵੀ ਬੰਦ ਹੋ ਜਾਂਦੇ ਹਾਂ। ਰਿਜ਼ਲਟ ਆਉਣ ਦੇ ਵਾਅਦਾ ਕਰਦਾ, ਰਿਜ਼ਲਟ ਆਉਣ ਦੇ 24 ਘੰਟੇ ਦੇ ਅੰਦਰ ਅੰਦਰ ਮੇਰਾ ਇੱਕ ਹੈਲਪਲਾਈਨ ਨੰਬਰ ਜਾਰੀ ਹੋਏਗਾ, ਜੋ ਹਰ ਟਾਈਮ ਚਾਲੂ ਹੋਏਗਾ। ਵਾਰਡ ਦੇ ਨਾਲ ਸੰਬੰਧਿਤ ਕਿਸੇ ਵੀ ਬੰਦੇ ਦੀ ਕੋਈ ਵੀ ਸਮੱਸਿਆ ਹੋਏਗੀ, ਉਹ ਨੋਟ ਕੀਤੀ ਜਾਏਗੀ। 24 ਤੋਂ 48 ਘੰਟੇ ਦੇ ਵਿੱਚ ਅਗਰ ਉਹ ਕਮੇਟੀ ਨਾਲ ਸੰਬੰਧਿਤ ਹੈ ਤਾਂ ਉਹਦਾ ਹੱਲ ਹੋਏਗਾ। ਤਾਂ ਇੱਕ ਐਪਲੀਕੇਸ਼ਨ ਲਾਂਚ ਕੀਤੀ ਜਾਏਗੀ, ਜਿਹੜੇ ਕਿ ਪੂਰੇ ਸ਼ਹਿਰ ਲਈ ਹੋਵੇਗੀ। ਤੁਹਾਡੇ ਸ਼ਹਿਰ ਦੇ ਵਿੱਚ, ਆਪਣੇ ਬੁਢਲਾਡਾ ਸ਼ਹਿਰ ਦੇ ਵਿੱਚ ਕਿਸੇ ਵੀ ਜਗ੍ਹਾ ਦੀ, ਕਿਸੇ ਵੀ ਤਰ੍ਹਾਂ ਦੀ ਕੋਈ ਸਰਕਾਰੀ ਮਹਿਕਮੇ ਨਾਲ ਸੰਬੰਧਿਤ ਕੰਪਲੇਂਟ ਹੈ, ਜਾਂ ਤੁਹਾਡੇ ਵਾਰਡ ਨਾਲ ਸੰਬੰਧਿਤ ਕਿਸੇ ਗਲੀ ਦੇ ਵਿੱਚ ਸੰਬੰਧਿਤ ਹੈ, ਤਾਂ ਉਸ ਕੰਪਲੇਂਟ ਨੂੰ ਤੁਸੀਂ ਆਨਲਾਈਨ ਰਜਿਸਟਰ ਕਰਨਾ ਹੈ। ਸੰਬੰਧਿਤ ਮਹਿਕਮੇ ਤੱਕ ਉਹ ਤੁਹਾਡੀ ਕੰਪਲੇਂਟ ਪਹੁੰਚੇਗੀ। ਮੰਨ ਲਓ ਤੁਹਾਨੂੰ ਕਿਸੇ ਵੀ ਜਗ੍ਹਾ ਦੇ ਵਿੱਚ ਖੱਡਾ ਦਿਖਦਾ ਹੈ ਜਾਂ ਕੂੜਾ ਪਿਆ ਹੁੰਦਾ, ਤੁਸੀਂ ਫੋਟੋ ਭੇਜੋ ਜਗ੍ਹਾ ਮੈਂਸ਼ਨ ਕਰਕੇ, ਤਾਂ ਉਸੇ ਦਿਨ ਉਸ ਚੀਜ਼ ਦਾ ਹੱਲ ਹੋਵੇਗਾ। ਔਰ ਇਹ ਕਸਮ ਖਾਣ ਕਿ ਉਹ ਨਾ ਕਰਪਸ਼ਨ ਕਰਨਗੇ ਔਰ ਨਾ ਕਰਪਸ਼ਨ ਹੋਣ ਦੇਣਗੇ। ਕੀ ਤੁਸੀਂ ਉਹਨਾਂ ਦੇ ਨਾਲ ਸਹਿਮਤ ਹੋ? ਕੀ ਤੁਸੀਂ ਇਸ ਤਰ੍ਹਾਂ ਦੀ ਕਸਮ ਖਾਣ ਲਈ ਤਿਆਰ ਹੋ ਪਬਲਿਕਲੀ? ਮੈਂ ਇਹੀ ਕਹੂੰਗਾ, ਇੰਟਰਵਿਊ ਤੋਂ ਬਾਅਦ ਸਭ ਤੋਂ ਪਹਿਲਾਂ ਇਸ ਦੀ ਮੁਹਿੰਮ ਮੇਰੇ ਤੋਂ ਹੀ ਸ਼ੁਰੂ ਕੀਤੀ ਜਾਵੇ। ਮੈਂ ਮੰਦਿਰ ਦੇ ਵਿੱਚ ਜਾ ਕੇ ਆਪਣੇ ਪਰਿਵਾਰ ਔਰ ਆਪਣੇ ਧਾਰਮਿਕ ਪੁਸਤਕ ਦੀ ਕਸਮ ਖਾ ਕੇ ਕਹੂੰਗਾ ਕਿ ਮੈਂ ਕਿਸੇ ਵੀ ਤਰ੍ਹਾਂ ਦੀ ਕਰਪਸ਼ਨ ਨਾ ਕਰੂੰਗਾ, ਨਾ ਕਿਸੇ ਨੂੰ ਕਰਨ ਦੇਵਾਂਗਾ, ਔਰ ਨਾ ਹੀ ਜੇ ਕੋਈ ਇਸ ਤਰ੍ਹਾਂ ਦੀ ਹੋਊਗੀ ਤਾਂ ਓਪਨ ਤੌਰ 'ਤੇ ਉਹਦਾ ਖੁਲਾਸਾ ਵੀ ਕਰਾਂਗਾ, ਡਟ ਕੇ ਵਿਰੋਧ ਕਰਾਂਗਾ। ਨਮਸਕਾਰ, ਸਤਿ ਸ਼੍ਰੀ ਅਕਾਲ ਦੋਸਤੋ। ਤੁਸੀਂ ਜੁੜੇ ਹੋ ਬੁਢਲਾਡਾ ਸਿਟੀ ਰੇਡੀਓ ਤੇ ਵੱਖਰੀ ਪਹਿਚਾਣ ਚੈਨਲ 'ਤੇ। ਦੋਸਤੋ, ਨਗਰ ਕੌਂਸਲ ਚੋਣਾਂ ਦਾ ਅਖਾੜਾ ਭਖਦਾ ਨਜ਼ਰ ਆ ਰਿਹਾ, ਔਰ ਅੱਜ ਅਸੀਂ ਪਹੁੰਚੇ ਹਾਂ ਜੀ ਵਾਰਡ ਨੰਬਰ 12 ਦੇ ਵਿੱਚ। ਵਾਰਡ ਨੰਬਰ 12 'ਚ ਦੋਸਤੋ ਇੱਕ ਕਲਾਈਮੈਕਸ ਐਂਟਰੀ ਹੋਈ ਹੈ ਜੀ ਸੋਨੂ ਬਾਂਸਲ ਦੀ। ਸੋਨੂ ਬਾਂਸਲ ਜੀ ਕੀ ਕੁਝ ਸੋਚ ਕੇ ਆਏ ਨੇ ਰਾਜਨੀਤੀ ਵਿੱਚ, ਔਰ ਕੀ ਕੁਛ ਇਹਨਾਂ ਦੇ ਇਰਾਦੇ ਨੇ, ਆਪਾਂ ਜਾਣਾਂਗੇ, ਇਹਨਾਂ ਨਾਲ ਕਰਾਂਗੇ ਗੱਲਬਾਤ। ਤਾਂ ਸੋਨੂ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਕਮਲ ਜੀ। ਸਭ ਤੋਂ ਪਹਿਲਾਂ ਤਾਂ ਮੈਂ ਬੁਢਲਾਡਾ ਸਿਟੀ ਰੇਡੀਓ ਔਰ ਵੱਖਰੀ ਪਹਿਚਾਣ ਦਾ ਸ਼ੁਕਰੀਆ ਕਰਦਾ ਹਾਂ ਕਿ ਜੋ ਆਪਣੇ ਕੀਮਤੀ ਸਮੇਂ ਦੇ ਵਿੱਚ ਤੁਸੀਂ ਮੈਨੂੰ ਸਮਾਂ ਦੇ ਕੇ ਲੋਕਾਂ ਅੱਗੇ ਮੇਰੇ ਵਿਚਾਰ ਰੱਖਣ ਲਈ ਟਾਈਮ ਕੱਢਿਆ। ਇਸ ਲਈ ਮੈਂ ਤੁਹਾਡਾ ਧੰਨਵਾਦੀ ਹਾਂ, ਤੁਹਾਡੀ ਪੂਰੀ ਟੀਮ ਦਾ। ਜੀ
ਸਰ ਇੱਕ ਚੀਜ਼ ਦੱਸੋ ਕਿ ਤੁਸੀਂ ਸੋਸ਼ਲ ਵਰਕ ਕਰਦੇ ਰਹੇ ਹੋ, ਕੋਈ ਅੱਜ ਤੇ ਨਹੀਂ ਕਰਦੇ, ਕਾਫੀ ਚਿਰਾਂ ਤੋਂ ਤੁਸੀਂ ਸਰਗਰਮ ਹੋ ਸੋਸ਼ਲ ਐਕਟੀਵਿਟੀਜ਼ ਦੇ ਵਿੱਚ। ਕੁਝ ਲੋਕਾਂ ਦਾ ਸ਼ਾਇਦ ਤੁਹਾਡੇ ਤੇ ਇਹ ਕਹਿ ਸਕਦੇ ਹਾਂ ਕਿ ਇਲਜ਼ਾਮ ਵੀ ਹੈ, ਜਾਂ ਕਹਿ ਸਕਦੇ ਹਾਂ ਤੁਹਾਨੂੰ ਸਵਾਲ ਵੀ ਕਰ ਰਹੇ ਨੇ ਕਿ ਸੋਸ਼ਲ ਵਰਕ ਕਰਦੇ ਕਰਦੇ ਤੁਸੀਂ ਰਾਜਨੀਤੀ ਵਿੱਚ ਆ ਗਏ ਹੋ। ਕੀ ਸੋਸ਼ਲ ਵਰਕ ਤੁਸੀਂ ਰਾਜਨੀਤੀ ਦੇ ਵਿੱਚ ਆਉਣ ਲਈ ਕਰ ਰਹੇ ਸੀ? ਦੇਖੋ ਜੀ, ਇਹ ਤਾਂ ਜੋ ਲੋਕ ਮੇਰੇ ਨਾਲ ਜੁੜੇ ਹੋਏ ਨੇ ਜਾਂ ਜਿਨ੍ਹਾਂ ਨੇ ਮੈਨੂੰ ਸੋਸ਼ਲ ਵਰਕ ਕਰਦੇ ਹੋਏ ਦੇਖਿਆ ਹੈਗਾ, ਉਹ ਤੁਹਾਨੂੰ ਜ਼ਿਆਦਾ ਭਲੀ ਭਾਂਤੀ ਦੱਸ ਸਕਦੇ ਨੇ। ਮੇਰਾ ਕਦੇ ਵੀ ਇਹ ਬਚਪਨ ਤੋਂ ਮੋਟਿਵ ਨਹੀਂ ਸੀਗਾ ਕਿ ਮੈਂ ਕਦੇ ਰਾਜਨੀਤੀ ਦੇ ਵਿੱਚ ਆਉਣਾ ਹੈ। ਇੱਕ ਹਫ਼ਤਾ ਪਹਿਲਾਂ ਤੱਕ ਵੀ ਮੇਰਾ 1% ਵੀ ਕੋਈ ਵਿਚਾਰ ਨਹੀਂ ਸੀਗਾ। ਈਵਨ ਕਿ ਜਦੋਂ ਮੇਰੇ ਮਿੱਤਰਾਂ ਨੇ ਮੈਨੂੰ ਮਿਲ ਕੇ ਇਸ ਲਈ ਕਨਵਿੰਸ ਕੀਤਾ ਤਾਂ ਮੈਨੂੰ ਬਹੁਤ ਕਾਲਸ ਇਸ ਤਰ੍ਹਾਂ ਦੇ ਆ ਰਹੇ ਸੀ ਕਿ ਤੁਹਾਨੂੰ ਇੱਕ 24 ਘੰਟੇ ਪਹਿਲਾਂ ਆਪਣੀ ਜ਼ਿਕਰ ਹੋ ਰਿਹਾ ਸੀ, ਤੂੰ ਇਹ ਕਿਹਾ ਸੀ ਵੀ ਇਹ ਬਹੁਤ ਇੱਕ ਗੰਦਗੀ ਭਰਿਆ ਕੂੜਾ ਹੈ, ਪਤਾ ਨਹੀਂ ਲੋਕ ਕੀ ਸੋਚ ਕੇ ਆਉਂਦੇ ਨੇ ਅਤੇ ਕੀ ਕਰਦੇ ਨੇ। ਇੱਦਾਂ ਦਾ ਮੇਰਾ ਕੋਈ ਵੀ ਮਕਸਦ ਨਹੀਂ ਸੀ। ਈਵਨ ਕਿ ਮੈਂ ਕਦੇ ਮਜ਼ਾਕ ਦੇ ਵਿੱਚ ਵੀ ਇਹ ਗੱਲ ਕਿਸੇ ਅੱਗੇ ਜ਼ਾਹਿਰ ਨਹੀਂ ਕੀਤੀ ਸੀ ਕਿ ਮੈਂ ਰਾਜਨੀਤੀ ਦੇ ਵਿੱਚ ਆਉਣਾ। ਔਰ ਦੂਸਰੀ ਗੱਲ, ਮੈਂ ਸੋਸ਼ਲ ਵਰਕ ਲੋਕ ਇਲੈਕਸ਼ਨਾਂ ਦੇ ਨਜ਼ਦੀਕ ਆ ਕੇ ਸੋਸ਼ਲ ਵਰਕ ਸ਼ੁਰੂ ਕਰਦੇ ਨੇ ਤਾਂ ਕਿ ਲੋਕਾਂ ਦੇ ਵਿੱਚ ਆਪਣੀ ਇੱਕ ਪਹਿਚਾਣ ਬਣਾ ਸਕਣ। ਪਰ ਜੋ ਵੀ ਮੰਡੀ ਵਾਸੀ, ਸ਼ਹਿਰ ਵਾਸੀ ਮੈਨੂੰ ਜਾਣਦੇ ਨੇ ਔਰ ਮੇਰੇ ਪਰਿਵਾਰ ਨੂੰ ਜਾਣਦੇ ਨੇ, ਸਾਡਾ ਪਿਛੋਕੜ ਹੀ ਸੇਵਾ ਦਾ ਰਿਹਾ ਹੈ। ਪਹਿਲਾਂ ਮੇਰੇ ਦਾਦਾ ਜੀ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਸੀਗੇ, ਉਸ ਤੋਂ ਬਾਅਦ ਮੇਰੇ ਪਿਤਾ ਜੀ ਸ਼੍ਰੀ ਸੇਵਾ ਸਮਤੀ ਨਾਲ ਜੁੜੇ ਹੋਏ ਸੀਗੇ। ਜਿੱਦਣ ਦਾ ਮੈਂ ਜਨਮ ਲਿਆ ਉਸ ਦਿਨ ਤੋਂ ਦੇਖ ਰਿਹਾ ਕਿ ਅਲੱਗ-ਅਲੱਗ ਧਾਰਮਿਕ ਸਥਾਨਾਂ 'ਤੇ ਜਾ ਕੇ ਭੰਡਾਰੇ ਲਗਾਉਣਾ, ਮਹਾਕੁੰਭ ਦੇ ਵਿੱਚ ਸੇਵਾ 'ਤੇ ਲਾਉਣਾ, ਅਤੇ ਜਿੱਦਾਂ ਵੀ ਕਿਸੇ ਵੀ ਤਰ੍ਹਾਂ ਦੀ ਐਜ਼ ਏ ਵਲੰਟੀਅਰ ਕੰਮ ਕਰਨਾ, ਉਹਨਾਂ ਨੂੰ ਦੇਖ ਦੇਖ ਕੇ ਅਸੀਂ ਵੱਡੇ ਹੋਏ ਹਾਂ। ਉਸ ਤੋਂ ਜਦੋਂ ਤੋਂ ਅਸੀਂ ਬਚਪਨ ਦੇ ਵਿੱਚ ਆਪਣੀ ਸੁਰਤ ਸੰਭਾਲੀ ਹੈ, 2003 ਦੇ ਵਿੱਚ ਮੇਰੀ ਸਕੂਲ ਲਾਈਫ ਜਾਣੀ ਕਿ ਸਕੂਲਿੰਗ ਕੰਪਲੀਟ ਹੋ ਗਈ ਸੀ। ਉਸੇ ਦੌਰਾਨ ਹੀ ਮੈਂ ਇੱਕ ਸੰਸਥਾ ਨਾਲ ਜੁੜਿਆ, ਜਦਕਿ ਜਾਣੀ ਕਿ ਲਗਭਗ ਤੁਸੀਂ ਕਹਿ ਸਕਦੇ ਹੋ ਕਿ 17 ਸਾਲ ਤੋਂ ਮੈਂ ਵੱਖਰੀਆਂ ਸੰਸਥਾਵਾਂ ਨਾਲ ਜੁੜ ਕੇ ਕੰਮ ਕਰ ਰਿਹਾ ਹਾਂ। ਅਤੇ ਉਹ ਸੰਸਥਾਵਾਂ ਦੇ ਮੈਂਬਰ ਅਤੇ ਪਲੱਸ ਜਿਨ੍ਹਾਂ ਇਸ ਸੰਸਥਾਵਾਂ ਰਾਹੀਂ ਅਸੀਂ ਲੋਕਾਂ ਨਾਲ ਜੁੜੇ ਹਾਂ, ਉਹ ਸਭ ਜਾਣਦੇ ਨੇ ਕਿ ਮੇਰਾ ਮਕਸਦ ਕੀ ਸੀ ਅਤੇ ਮੈਂ ਕਿਉਂ ਇਹ ਸਭ ਕੁਝ ਕਰ ਰਿਹਾ ਸੀਗਾ। ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਮੈਂ ਰਾਜਨੀਤੀ ਦੇ ਵਿੱਚ ਆਉਣਾ ਹੈਗਾ, ਅਤੇ ਨਾ ਹੀ ਸੋਸ਼ਲ ਪ੍ਰਚਾਰ ਮੈਂ ਕਦੇ ਆਪਣਾ ਕੀਤਾ ਹੈ। ਜਦੋਂ ਵੀ ਅਸੀਂ ਕੋਈ ਐਕਟੀਵਿਟੀ ਅੱਜ ਤੱਕ ਕੀਤੀ ਹੈ, ਮੈਂ ਆਪਣੇ ਆਪ ਨੂੰ ਕਦੇ ਅੱਗੇ ਨਹੀਂ ਰੱਖਿਆ। ਮੈਂ ਹਮੇਸ਼ਾ ਸੰਸਥਾ ਦੇ ਪਿੱਛੇ ਰਹਿ ਕੇ ਕੰਮ ਕੀਤਾ ਹੈ। ਮੇਰਾ ਮਕਸਦ ਕੰਮ ਔਰ ਸੇਵਾ ਸੀ, ਨਾ ਕਿ ਰਾਜਨੀਤੀ ਕਰਨੀ ਸੀ। ਔਰ ਦੂਸਰੀ ਗੱਲ, ਜੇ ਰਾਜਨੀਤੀ ਦੇ ਮਕਸਦ ਨਾਲ ਕਰਦੇ ਤਾਂ ਸ਼ਾਇਦ ਮੇਰਾ ਫੇਸ ਹਮੇਸ਼ਾ ਹੀ ਅੱਗੇ ਰਹਿਣਾ ਸੀਗਾ। ਅਤੇ ਜੋ ਲੋਕ ਵਿਵਾਦ ਕਹਿੰਦੇ ਨੇ ਅਲੱਗ-ਅਲੱਗ ਸੰਸਥਾਵਾਂ ਨਾਲ ਜਾਂ ਅਲੱਗ-ਅਲੱਗ ਮੁੱਦਿਆਂ ਨਾਲ, ਤਾਂ ਸ਼ਾਇਦ ਉਹ ਮੈਂ ਕਦੇ ਨਾ ਚੱਕਦਾ। ਕਿਉਂ? ਮੈਨੂੰ ਇਹ ਹਮੇਸ਼ਾ ਰਹਿੰਦਾ ਕਿ ਮੇਰੀ ਵੋਟ ਦਾ ਨੁਕਸਾਨ ਹੋਏਗਾ। ਜਿੱਦਾਂ ਕਿ ਹੁਣ ਹੀ ਇੱਕ ਤਾਜ਼ਾ ਭਖਦਾ ਮੁੱਦਾ DAV ਪਬਲਿਕ ਸਕੂਲ ਦੀਆਂ ਫੀਸਾਂ ਦਾ ਹੈਗਾ, ਅਤੇ ਮੈਨੂੰ ਬਹੁਤ ਲੋਕਾਂ ਨੇ, ਜਦੋਂ ਮੈਂ ਵੋਟਾਂ ਦੇ ਵਿੱਚ ਖੜਾ ਹੋਇਆ ਤਾਂ ਮੈਨੂੰ ਕਾਲਸ ਆਈਆਂ ਕਿ ਸੋਨੂੰ ਤੈਨੂੰ ਹੁਣ ਇਹ ਮੁੱਦਾ ਛੱਡ ਦੇਣਾ ਚਾਹੀਦਾ ਹੈ, ਇਸ ਨਾਲ ਕਿਤੇ ਨਾ ਕਿਤੇ ਤੇਰੀਆਂ ਵੋਟਾਂ ਨੂੰ ਨੁਕਸਾਨ ਹੋਏਗਾ। ਮੈਂ ਕਿਹਾ, ਨਾ ਤਾਂ ਮੈਂ ਨੁਕਸਾਨ ਫਾਇਦਾ ਦੇਖ ਕੇ ਕੈਂਪੇਨ ਦੇ ਵਿੱਚ ਜੁੜਿਆ, ਨਾ ਹੀ ਮੈਨੂੰ ਇਹਦੇ ਨਾਲ ਕੋਈ ਫਰਕ ਪੈਂਦਾ ਹੈ। ਜੇ ਮੇਰੇ ਦੋਸਤਾਂ ਮਿੱਤਰਾਂ ਨੂੰ, ਮੇਰੇ ਵਾਰਡ ਵਾਸੀਆਂ ਨੂੰ ਲੱਗੇਗਾ ਕਿ ਮੈਂ ਪਬਲਿਕਲੀ ਕੁਝ ਕਰ ਸਕਦਾ ਹਾਂ ਜਾਂ ਕੁਝ ਕਰ ਰਿਹਾ ਹਾਂ ਜਾਂ ਕਰਿਆ ਹੈ, ਤਾਂ ਉਹ ਮੇਰਾ ਸਾਥ ਦੇਣਗੇ। ਜੇ ਕਿਸੇ ਨੂੰ ਲੱਗੇਗਾ ਕਿ ਮੈਂ ਗਲਤ ਹਾਂ ਤਾਂ ਉਹ ਆਪਣਾ ਡਿਸੀਜਨ ਆਪੇ ਲੈਣਗੇ। ਇਸ ਲਈ ਕੋਈ ਮੇਰਾ ਭਰਾ ਮੈਨੂੰ ਸਾਥ, ਮੈਂ ਵੋਟਾਂ 'ਚ ਖੜਾ ਹੋਵਾਂ ਨਾ ਹੋਵਾਂ, ਮੈਂ ਜਿੱਤਾਂ ਨਾ ਜਿੱਤਾਂ, ਉਹ ਬਾਅਦ ਦੇ ਮੁੱਦੇ ਨੇ। ਮੈਂ ਜੋ ਕੰਮ ਪਿਛਲੇ ਕਾਫੀ ਸਮੇਂ ਤੋਂ ਕਰਦਾ ਆ ਰਿਹਾ ਹਾਂ, ਉਹ ਹਮੇਸ਼ਾ ਕਰਦਾ ਰਹਾਂਗਾ ਜਦੋਂ ਤੱਕ ਜਿੰਦਾ ਹਾਂ। ਜੀ, ਅੱਛਾ, ਤੁਸੀਂ ਗੱਲ ਕੀਤੀ ਹੈ ਸੋਸ਼ਲ ਵਰਕ ਦੀ ਔਰ ਨਾਲ ਹੀ ਰਾਜਨੀਤੀ ਦੀ। ਵੈਸੇ ਅਗਰ ਸੋਚਿਆ ਜਾਏ ਤਾਂ ਜਿਹੜਾ MC ਦੀਆਂ ਵੋਟਾਂ ਨੇ, ਇਹ ਜਿਹੜੀ ਰਾਜਨੀਤੀ ਹੈ, ਇਹ ਇੱਕ ਸੋਸ਼ਲ ਵਰਕ ਦੀ ਤਰ੍ਹਾਂ ਹੀ ਹੈ, ਕਿਉਂਕਿ ਕੋਈ ਬਹੁਤੀ ਜ਼ਿਆਦਾ ਇੱਕ MC ਦੀ ਤਨਖਾਹ ਨਹੀਂ ਹੁੰਦੀ। ਹਾਂ, ਅਗਰ ਆਪਾਂ ਸੋਸ਼ਲ ਵਰਕ ਤੋਂ ਹਟ ਕੇ ਇਹਨੂੰ ਦੇਖਦੇ ਹਾਂ ਤਾਂ ਕਰਪਸ਼ਨ ਲਈ ਕਾਫੀ ਜਗ੍ਹਾ ਹੈਗੀ ਹੈ, ਕਮਾਈ ਲਈ ਕਾਫੀ ਜਗ੍ਹਾ ਹੈਗੀ ਹੈ, ਜਿਹੜੀ ਆਮ ਤੌਰ 'ਤੇ ਲੋਕ ਇਸ ਤੋਂ ਪਹਿਲਾਂ ਕਰਦੇ ਰਹੇ ਨੇ। ਤਾਂ ਤੁਹਾਨੂੰ ਕੀ ਲੱਗਦਾ ਕਿ ਰਾਜਨੀਤੀ ਔਰ ਸੋਸ਼ਲ ਵਰਕ ਉਹਦੇ 'ਚ ਕੋਈ ਫਰਕ ਹੈ, ਜਾਂ ਤੁਸੀਂ ਵੀ ਉਹਨੂੰ ਹੁਣ ਵੀ ਇੱਕੋ ਹੀ ਲਾ ਕੇ ਚੱਲ ਰਹੇ ਹੋ? ਦੇਖੋ ਜੀ, ਅਸਲ ਦੇ ਵਿੱਚ ਰਾਜਨੀਤੀ ਕਿਸ ਨੂੰ ਕਿਹਾ ਜਾਂਦਾ ਹੈ? ਰਾਜਨੀਤੀ, ਸਿਆਸਤ, ਇਹ ਦੋ ਇੱਕ ਇਹੋ ਜਿਹੇ ਸ਼ਬਦ ਨੇ ਵੀ ਜਦੋਂ ਤੁਸੀਂ ਕਿਸੇ ਨੂੰ ਧੋਖਾ ਦੇਣਾ ਹੈ ਜਾਂ ਕਿਸੇ ਨਾਲ ਬੇਈਮਾਨੀ ਕਰਨੀ ਹੈ, ਤਾਂ ਉਸ ਵੇਲੇ ਆਪਾਂ ਕਹਿ ਦੇਣਾ ਕਿ ਬੰਦਾ ਯਾਰ ਇਹ ਰਾਜਨੀਤੀ ਖੇਡ ਰਿਹਾ ਹੈ, ਇਹ ਸਿਆਸਤ ਕਰ ਰਿਹਾ। ਪਰ ਜਦੋਂ ਵੀ ਕੋਈ ਬੰਦਾ ਚੋਣਾਂ ਲੜਦਾ ਹੈ, ਚਾਹੇ ਉਹ MC ਦੇ ਨੇ, ਚਾਹੇ ਉਹ MLA ਦੇ ਨੇ, ਚਾਹੇ ਉਹ MP ਦੇ ਨੇ, ਤਾਂ ਹਰ ਬੰਦਾ ਪਹਿਲਾਂ ਤਾਂ ਇਹੀ ਕਹਿੰਦਾ ਹੈ ਕਿ ਰਾਜ ਨਹੀਂ ਜੀ, ਮੈਂ ਸੇਵਾ ਕਰਨ ਆ ਰਿਹਾ। ਅਸਲ ਦੇ ਵਿੱਚ ਰਾਜਨੀਤੀ ਦੇ ਵਿੱਚ ਲੋਕਾਂ ਨੂੰ ਲਿਆਉਣ ਦਾ, ਅੱਗੇ ਕਰਨ ਦਾ ਮਕਸਦ ਹੀ ਇਹ ਹੁੰਦਾ ਹੈ, ਸੇਵਾ ਕਰਨਾ। ਪਰ ਆਪਣੇ ਬੇਭਾਗੀ ਇਹ ਆਪਣੇ ਦੇਸ਼ ਦੇ ਲੀਡਰਾਂ ਨੇ ਇੱਥੇ ਇਸ ਸੇਵਾ ਦੇ ਕੰਮ ਨੂੰ ਇੱਕ ਨਿਰਾ ਪੂਰਾ ਧੰਦਾ, ਚੋਰੀ ਚਕਾਰੀ, ਝੂਠ ਚਕਾਰੀ ਦਾ ਇੱਕ ਅੱਡਾ ਬਣਾ ਦਿੱਤਾ ਹੈ, ਜਿਸ ਕਰਕੇ ਬਹੁਤਾ ਲੋਕ ਇਸ ਨਾਲ ਨਫ਼ਰਤ ਕਰਨ ਲੱਗੇ ਨੇ। ਜਦਕਿ ਰਾਜਨੀਤੀ ਜਾਂ ਕਿਸੇ ਦਾ ਅੱਗੇ ਲੀਡਰੀ ਕਰਨੀ ਕੋਈ ਗਲਤ ਨਹੀਂ ਸੀ, ਪਰ ਆਪਣੇ ਲੋਕਾਂ ਨੇ ਇਹਦਾ ਨਜ਼ਰੀਆ ਹੀ ਚੇਂਜ ਕਰਤਾ ਲੋਕਾਂ ਦਾ ਆਪਣੇ ਕੁਕਰਮਾਂ ਨਾਲ।
ਤੇ ਮੈਂ ਇਸ ਨਾਲ ਜੁੜਦਾ ਮੇਰਾ ਮਕਸਦ ਹੀ ਇਹ ਹੈ ਕਿ ਰਾਜਨੀਤੀ ਦੀ ਜੋ ਛਵੀ ਲੋਕਾਂ ਨੇ ਬਣਾਈ ਹੋਈ ਹੈ ਹਿੰਦੁਸਤਾਨ ਦੇ ਵਿੱਚ ਉਸ ਨੂੰ ਬਦਲਣਾ ਹੈ। ਸੇਵਾ ਕਰਦੇ ਰਹੇ ਸੀ, ਸੇਵਾ ਕਰਦੇ ਹਾਂ, ਸੇਵਾ ਕਰਦੇ ਰਹਾਂਗੇ ਤੇ ਸੇਵਾ ਕਰਕੇ ਹੀ ਇਸ ਵਿੱਚ ਜੁੜੇ ਹਾਂ। ਤਾਂ ਸੋਨੂੰ ਜੀ ਇੱਕ ਚੀਜ਼ ਹੋਰ ਦੱਸੋ, ਤੁਸੀਂ ਰਾਜਨੀਤੀ ਦੇ ਵਿੱਚ ਹੁਣ ਆ ਗਏ ਹੋ ਤਾਂ ਕੀ ਸੋਚ ਕੇ ਆਏ ਹੋ, ਕੀ ਤੁਹਾਡੇ ਪਲਾਨ ਨੇ? ਅਗਰ ਤੁਹਾਨੂੰ ਲੋਕ ਮੌਕਾ ਦਿੰਦੇ ਨੇ ਤਾਂ ਕੀ ਸ਼ਹਿਰ ਲਈ ਵਿਸ਼ੇਸ਼ ਕਰਨ ਜਾ ਰਹੇ ਹੋ? ਮੈਂ ਸੋਸ਼ਲ ਮੀਡੀਆ ਦੇ ਵਿੱਚ ਵੀ ਤੁਹਾਡੀਆਂ ਪੋਸਟਾਂ ਦੇਖ ਰਿਹਾ, ਤੁਸੀਂ ਕਾਫੀ ਕੁਝ ਨਵਾਂ ਕਰਨ ਦੀ ਗੱਲ ਕਰ ਰਹੇ ਹੋ, ਤਾਂ ਕੀ ਪਲਾਨ ਨੇ, ਥੋੜਾ ਖੋਲ ਕੇ ਦੱਸੋ। ਗੱਲ ਇਹ ਹੈ ਜੀ, ਦੇਖੋ ਜਦੋਂ ਵੀ ਕੋਈ ਬੰਦਾ ਚੁਣਾਵ ਪ੍ਰਕਿਰਿਆ ਆਪਣੀ ਸ਼ੁਰੂ ਕਰਦਾ ਹੈ ਤਾਂ ਪਹਿਲਾਂ ਮੇਰੇ ਹਿਸਾਬ ਨਾਲ ਜਿੰਨਾ ਕਿ ਮੈਂ ਸੁਣਦਾ ਜਾਂ ਦੇਖਦਾ, ਉਹ ਪੁਰਾਣੀਆਂ ਘਿਸੀਆਂ ਪਿੱਟੀਆਂ ਉਹੀ ਜੋ ਆਪਣੀਆਂ ਬਾਈਟਸ ਜਾਂ ਨਿਊਜ਼ ਹੁੰਦੀਆਂ ਨੇ ਲੀਡਰਾਂ ਦੇ ਵੱਡੇ ਵੱਡੇ ਰੈਲੀਆਂ 'ਚ ਵਾਅਦੇ, ਉਹੀ ਸੁਣਦੇ ਨੇ ਤੇ ਉਹੀ ਰਿਪੀਟ ਕਰੀ ਜਾਂਦੇ ਨੇ। ਉਹ ਹੁੰਦੇ ਨੇ ਜਿਵੇਂ ਕਹਿੰਦੇ ਮਿੱਠੇ ਲੋਲੀਪੌਪ, ਵੀ ਇੱਕ ਵਾਰ ਦੇ ਤੇ ਪੈਟ ਸਭ ਦੇ ਇੱਕੋ ਹੀ ਹੁੰਦੇ ਨੇ ਤੇ ਚੂਸੀ ਜਾਓ। ਜੋ ਬੰਦਾ ਪਹਿਲਾਂ ਹੀ ਇਹਨਾਂ ਕੰਮਾਂ ਨਾਲ ਜੁੜਿਆ ਹੁੰਦਾ, ਜਿਹਦਾ ਕਿ ਮੈਂ ਫਾਊਂਡੇਸ਼ਨ ਨਾਲ ਜੁੜ ਕੇ ਬਹੁਤ ਕੰਮ ਕੀਤੇ ਵੀ ਨੇ, ਕਰ ਵੀ ਰਹੇ ਹਾਂ, ਔਰ ਸਾਡੀ ਪਲੈਨਿੰਗ ਦੇ ਵਿੱਚ ਹੈਗੇ ਵੀ ਸੀਗੇ। ਠੀਕ ਹੈ ਕਿ ਆਪਣੇ ਸ਼ਹਿਰ ਦੀ ਵਿਭਾਗੀ ਲਾ ਲਓ ਜਾਂ ਕੁਦਰਤ ਦਾ ਕਹਿਰ ਲਾ ਲਓ, ਕਰੋਨਾ ਦੇ ਰੂਪ ਦੇ ਵਿੱਚ ਆਇਆ। ਸਾਡੇ ਉਹ ਜੋ ਕੁਝ ਪ੍ਰਪੋਜ਼ਲ ਜਾਂ ਪ੍ਰੋਜੈਕਟ ਬਣੇ ਹੋਏ ਸੀ ਜਾਂ ਪਾਸ ਹੋਏ ਸੀ, ਉਹ ਕਿਸੇ ਇਹਨਾਂ ਕਾਰਨਾਂ ਕਰਕੇ ਸਿਰੇ ਨਹੀਂ ਚੜ੍ਹ ਚੁੱਕੇ। ਅਤੇ ਨਾ ਹੀ ਮੈਨੂੰ ਕੋਈ ਕਿਤਾਬ ਪੜ੍ਹਨ ਦੀ ਲੋੜ ਹੈ, ਨਾ ਹੀ ਮੈਨੂੰ ਕਿਸੇ ਲੀਡਰ ਦੀ ਸਪੀਚ ਸੁਣਨ ਦੀ ਲੋੜ ਹੈ ਕਿ ਮੈਂ ਕੀ ਵਾਅਦੇ ਜਾਂ ਲਾਰੇ ਕਰਨੇ ਨੇ। ਸਪੀਚ ਤਾਂ ਸੁਣਨੀ ਹੋਵੇ ਜੇ ਕਿਸੇ ਨੂੰ ਲਾਰੇ ਲਾਣੇ ਹੋਣ। ਅਸੀਂ ਤਾਂ ਗਰਾਊਂਡ ਲੈਵਲ 'ਤੇ ਕੰਮ ਕਰ ਰਹੇ ਹਾਂ। ਉਹ ਕੰਮਾਂ ਦੀਆਂ ਸਾਡੇ ਕੋਲ ਰਿਪੋਰਟਾਂ ਬਣੀਆਂ ਹੋਈਆਂ ਨੇ ਜੋ ਇਸ ਸਾਲ ਕਰੋਨਾ ਦੇ ਵਿੱਚ ਪੂਰਨ ਨਹੀਂ ਹੋ ਸਕੀਆਂ, ਉਹ ਅਗਲੇ ਸਾਲ ਹੁਣ ਪੂਰਨ ਕਰਨੀਆਂ। ਬਸ ਇਹ ਹੈ, ਜੇ ਮੇਰੇ ਵਾਰਡ ਵਾਸੀਆਂ ਦਾ, ਮੇਰੇ ਸ਼ਹਿਰ ਵਾਸੀਆਂ ਦਾ ਮੈਨੂੰ ਸਾਥ ਮਿਲਦਾ ਹੈ ਤਾਂ ਉਹਨੂੰ ਹੋਰ ਦੁੱਗਣੀ ਸਪੀਡ ਨਾਲ ਕਰ ਪਾਵਾਂਗਾ। ਕਿਉਂ? ਸਿਸਟਮ ਦਾ ਕਿੱਥੇ ਤਾਂ ਮੈਂ ਸਿਸਟਮ ਦੇ ਪੈਰੀ ਹੱਥ ਲਾ ਕੇ ਕੰਮ ਕਰਾਉਣੇ ਸੀ, ਹੁਣ ਸਿਸਟਮ ਦੇ ਵਿੱਚ ਰਹਿ ਕੇ ਮੈਨੂੰ ਕੰਮ ਬਹੁਤ ਆਸਾਨ ਹੋ ਜਾਣਗੇ। ਤਾਂ ਅੱਗੇ ਹੁਣ ਮੇਰੇ ਦੋਸਤਾਂ ਮਿੱਤਰਾਂ, ਮੇਰੇ ਵਾਰਡ ਵਾਸੀਆਂ ਨੇ ਦੇਖਣਾ ਹੈ ਕਿ ਵਾਕਈ ਮੈਂ ਕੁਝ ਕਰਵਾ ਸਕਦਾ। ਜ਼ਿਲ੍ਹੇ ਦਾ ਮੇਰੇ ਕੰਮ ਦੇਖ ਰਹੇ ਨੇ, ਉਹਨਾਂ ਨੂੰ ਤਾਂ ਵਿਸ਼ਵਾਸ ਹੈਗਾ ਹੀ ਹੈਗਾ, ਅਤੇ ਬਾਕੀ ਸਭ ਨੂੰ ਪਤਾ ਹੀ ਹੈ ਮੇਰਾ ਕੰਮ ਕਰਨ ਦਾ ਤਰੀਕਾ ਕੀ ਹੈਗਾ ਜੀ। ਇਸੇ ਤਰ੍ਹਾਂ ਮੇਰੇ ਕੋਲ ਬਹੁਤ ਵੱਡੀ ਇੱਕ ਲੰਬੀ ਫਹਿਰਿਸਤ ਬਣੀ ਹੋਈ ਹੈਗੀ, ਜੋ ਕਿ ਮੈਂ ਵੋਟਾਂ ਤੋਂ ਬਾਅਦ ਨਹੀਂ, ਮੇਰੇ ਕੋਲ ਜੇ ਕੋਈ ਬੰਦਾ ਕਹੇ ਵੀ ਤੂੰ ਅੱਜ ਹੀ ਸਪੀਚ ਤਿਆਰ ਕੀਤੀ ਹੈ ਜਾਂ ਅੱਜ ਪ੍ਰੋਜੈਕਟ ਬਣਾਏ ਨੇ, ਮੈਂ ਪਿਛਲੇ 2 ਸਾਲਾਂ ਦੇ ਕਾਗਜ਼ ਜੋ ਉਹਦੇ ਵਿੱਚ ਕੀ ਸਰਕਾਰੀ ਜਾਂ ਮੇਰੀਆਂ ਪ੍ਰਪੋਜ਼ਲਾਂ ਜਾਂ ਬੁੱਲੀਪ੍ਰਿੰਟ ਮੇਰੇ ਤਿਆਰ ਕੀਤੇ ਨੇ, ਮੈਂ ਪੇਸ਼ ਕਰ ਸਕਦਾ, ਜਿਨ੍ਹਾਂ 'ਤੇ ਮੈਂ ਆਲਰੇਡੀ ਵਰਕਿੰਗ ਕਰ ਰਿਹਾ। ਜਿੱਦਾਂ ਕਿ ਮੇਰੀ ਏਜ 33 ਸਾਲ ਦੀ ਹੋ ਗਈ ਹੈ। ਇੱਕ ਬੁਢਲਾਡਾ ਸ਼ਹਿਰ ਬਹੁਤ ਪੁਰਾਣਾ ਹੈ, ਬਟ ਇੱਥੇ ਸ਼ਹਿਰ ਦੇ ਵਿੱਚ ਕੋਈ ਵੀ ਪਾਰਕ ਨਹੀਂ ਹੈਗਾ, ਔਰ ਇਸ ਪਾਰਕ ਦੇ ਮੁੱਦੇ 'ਤੇ ਅਸੀਂ ਪਿਛਲੇ 3 ਸਾਲਾਂ ਤੋਂ ਪ੍ਰਸ਼ਾਸਨ ਨਾਲ ਸੰਘਰਸ਼ ਕਰ ਰਹੇ ਹਾਂ। ਬੁਢਲਾਡਾ ਦੇ ਵਿੱਚ ਇੱਕ ਬਹੁਤ ਹੀ ਛੋਟਾ ਜਿਹਾ ਇੱਕ ਪਾਰਕ ਸੀਗਾ, ਜੋ ਇੱਕ ਬੁਢਲਾਡਾ ਦੇ ਮਹਾਨ ਸਪੂਤ ਸ਼ਹੀਦ ਕੈਪਟਨ ਕੇ ਗੌੜ ਜੀ ਦੇ ਨਾਮ 'ਤੇ ਪ੍ਰਸ਼ਾਸਨ ਨੇ ਉਹਨਾਂ ਦੇ ਨਾਮ ਨੇ ਸਨਮਾਨ ਲਈ ਦਿੱਤਾ ਗਿਆ ਸੀ। ਬਟ ਸਾਡੀ ਵਿਭਾਗੀ ਇਹ ਹੈ ਕਿ ਪ੍ਰਸ਼ਾਸਨ ਦੀ ਨਲਾਇਕੀ ਹੈ ਕਿ ਅੱਜ ਉਹ ਇੱਕ ਸਿਵਾਏ ਕੂੜੇ ਦੇ ਡੰਪ ਤੋਂ ਇਲਾਵਾ ਕੁਝ ਵੀ ਨਹੀਂ ਹੈ। ਅਤੇ ਅਸੀਂ 3 ਸਾਲ ਤੋਂ ਪ੍ਰਸ਼ਾਸਨ ਨਾਲ ਇਸ ਲਈ ਫਾਈਟ ਕਰ ਰਹੇ ਹਾਂ। ਲਿਖਤੀ ਸ਼ਿਕਾਇਤਾਂ, ਲਿਖਤੀ ਬੇਨਤੀ ਪੱਤਰ ਬਹੁਤ ਵਾਰ ਦੇ ਚੁੱਕੇ ਹਾਂ। ਅਗਰ ਤੁਸੀਂ ਕਮੇਟੀ ਦਾ ਰਿਕਾਰਡ ਜਾਂ DC ਆਫਿਸ ਦਾ ਰਿਕਾਰਡ ਫਰੋਲੋਗੇ ਤਾਂ ਤੁਹਾਨੂੰ ਉੱਥੇ ਪਤਾ ਵੀ ਚੱਲੇਗਾ ਕਿ ਮੇਰੇ ਵੱਲੋਂ ਉਹਨਾਂ ਦੇ ਕੈਪਟਨ ਕੇ ਗੌੜ ਜੀ ਦੇ ਪਰਿਵਾਰ ਨਾਲ ਮਿਲ ਕੇ ਕਿੰਨੇ ਵਾਰ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਅਗਰ ਨਗਰ ਕੌਂਸਲ ਇਸ ਨੂੰ ਮੇਨਟੇਨ ਨਹੀਂ ਕਰ ਸਕਦੀ ਤਾਂ ਇਹ ਪਾਰਕ ਸਾਨੂੰ ਸੰਭਾਲਿਆ ਜਾਵੇ ਦੇਖ ਰੇਖ ਲਈ। ਪ੍ਰੋਪਰਟੀ ਇਹ ਕਮੇਟੀ ਦੀ ਰਹੇਗੀ, ਅਸੀਂ ਆਪਣੀ ਪ੍ਰੋਪਰਟੀ ਨਹੀਂ ਬਣਾਉਣਾ ਚਾਹੁੰਦੇ, ਸਿਰਫ ਦੇਖ ਰੇਖ ਲਈ ਸਾਨੂੰ ਦਿੱਤਾ ਜਾਵੇ। ਸਾਨੂੰ 15 ਦਿਨਾਂ ਦੇ ਵਿੱਚ ਇਸ ਪਾਰਕ ਦੀ ਨੁਹਾਰ ਬਦਲ ਕੇ ਦਿਖਾਵਾਂਗੇ ਤਾਂ ਜੋ ਸ਼ਹਿਰ ਦੇ ਸੈਂਟਰ ਪੁਆਇੰਟ ਦੇ ਵਿੱਚ, ਠੀਕ ਹੈ, ਜਗ੍ਹਾ ਬਹੁਤ ਛੋਟੀ ਹੈ ਪਰ ਕਮ ਸੇ ਕਮ ਇਹ ਤਾਂ ਕਹਿਣ ਜੋਗੇ ਹੋਗਾ ਜੀ ਕਿ ਪਾਰਕ ਹੈਗਾ। ਇਸੇ ਦੌਰਾਨ ਬਾਂਦਰ ਘਰ ਜੋ ਆਪਣੀ ਬਹੁਤ ਪੁਰਾਣੀ ਇੱਕ ਸਰਕਾਰੀ ਸੰਸਥਾ ਸੀਗੀ, ਬਟ ਟਾਈਮ ਦੇ ਨਾਲ ਉਹ ਬੰਦ ਹੋ ਚੁੱਕੀ ਹੈ। ਉਹਦੇ ਇੱਕ ਧੋਬੀ ਘਾਟ ਦੇ ਨੇੜੇ ਇੱਕ ਰੂੜੀਆਂ ਦਾ ਬਹੁਤ ਵੱਡਾ ਡੰਪ ਹੈ, ਜਿੱਥੋਂ ਦੀ ਲੋਕ ਲੰਘਣ ਲੱਗੇ ਵੀ ਪਰਹੇਜ਼ ਕਰਦੇ ਨੇ। ਉਹਦੇ ਲਈ ਅਸੀਂ ਪਿਛਲੀ ਕਾਰਜਕਾਰੀ ਕਮੇਟੀ ਸੀ ਫਰਵਰੀ ਦੇ ਵਿੱਚ, ਅਸੀਂ ਇੱਕ ਮਤਾ ਪਾ ਕੇ ਬਣਾਇਆ ਕਿ ਇੱਥੇ ਬੁਢਲਾਡੇ ਦੇ ਵਿੱਚ ਇੱਕ ਪਾਰਕ ਦੀ ਜ਼ਰੂਰਤ ਹੈ। ਅਸੀਂ ਉਹਨਾਂ ਨੂੰ ਬੇਨਤੀਆਂ ਦਿੱਤੀਆਂ। DC ਮੈਮ ਆਪਣੇ ਅਪਨੀਤ ਰਿਆਜ਼ ਜੀ ਨੂੰ ਮਿਲੇ ਤਾਂ ਉਹਨਾਂ ਨੇ ਜ਼ਿਕਰ ਕੀਤਾ ਕਿ ਅਸੀਂ ਪ੍ਰਪੋਜ਼ਲ ਬਣਾ ਕੇ ਭੇਜ ਰਹੇ ਹਾਂ ਬੁਢਲਾਡਾ ਦੇ ਵਿੱਚ 3 ਪਾਰਕਾਂ ਦੀ। ਸ਼ਾਇਦ ਉਹ ਡਾਇਰੈਕਟਰ ਸਾਹਿਬ ਤੋਂ ਪਾਸ ਹੋ ਕੇ ਵੀ ਆਏ, ਪਰ ਮੈਂ ਕੁਝ ਵੱਖਰਾ ਕਰਨਾ ਚਾਹੁੰਦਾ ਸੀਗਾ। ਪਾਰਕ ਸਿਰਫ ਇੱਕ ਸੈਰਗਾਹ ਤੋਂ ਇਲਾਵਾ ਕੁਝ ਨਹੀਂ ਹੁੰਦੀ, ਪਰ ਮੇਰੀ ਇੱਛਾ ਸੀ ਕਿ ਸੈਰਗਾਹ ਦੇ ਨਾਲ ਨਾਲ ਲੋਕਾਂ ਨੂੰ ਇਸ ਦਾ ਸਿਹਤ ਸੰਬੰਧੀ ਵੀ ਫਾਇਦਾ ਹੋਵੇ। ਜਿੱਦਾਂ ਕਿ ਆਪਾਂ ਅਗਰ ਪੰਜਾਬ ਤੋਂ ਬਾਹਰ ਜਾਂਦੇ ਹਾਂ, ਖਾਸ ਕਰ ਪਹਾੜੀ ਏਰੀਆ ਦੇ ਜਾਂਦੇ ਹਾਂ, ਤਾਂ ਉੱਥੋਂ ਦੇ ਲੋਕ ਦਵਾਈ ਲੈਣ ਦੇ ਵਿੱਚ ਘੱਟ ਵਿਸ਼ਵਾਸ ਕਰਦੇ ਨੇ। ਜਿੱਦਾਂ ਕਿ ਆਪਣੇ ਹਿੰਦੁਸਤਾਨ ਦੀ ਪਹਿਲੇ ਦਿਨੋਂ ਹੀ ਆਯੁਰਵੇਦ ਦੇ ਵਿੱਚ ਜਾਂ ਜੋ ਆਪਣੀਆਂ ਸਿਹਤ ਨਾਲ ਲੱਗੀਆਂ ਵਿਧੀਆਂ ਨੇ ਉਹਨਾਂ ਦੇ ਵਿੱਚ ਵਿਸ਼ਵਾਸ ਬਹੁਤ ਜ਼ਿਆਦਾ ਹੈ, ਪਰ ਆਪਣੇ ਲੋਕਾਂ ਨੂੰ ਮਿਲ ਨਹੀਂ ਪਾਉਂਦੀਆਂ। ਅਸੀਂ ਜਿਹੜੀ ਉਸ ਪਾਰਕ ਦੀ ਮੈਨੇ ਪ੍ਰਪੋਜ਼ਲ ਤਿਆਰ ਕੀਤੀ ਸੀ ਉਹ ਟੋਟਲ ਹੀ ਸਿਹਤ ਨਾਲ ਸੰਬੰਧਿਤ ਸੀ। ਉਸ ਪਾਰਕ ਦੇ ਵਿੱਚ ਜਿੰਨੀਆਂ ਵੀ ਆਪਣੀਆਂ ਥੈਰੇਪੀਜ਼ ਨੇ, ਐਕੂਪ੍ਰੈਸ਼ਰ, ਐਕੂਪੈਂਚਰ, ਮੱਡ ਬਾਥ, ਪੰਚਕਰਮਾ, ਯੋਗਾ,
7 ਵਿਪਾਥ ਪਲੱਸ ਆਯੁਰਵੇਦ, ਹੈਲੋਪੈਥੀ ਔਰ ਹੋਮੋਪੈਥੀ ਦੀ ਇੱਕ ਓਪੀਡੀ ਦਾ ਵੀ ਇੰਤਜ਼ਾਮ ਕਰਿਆ ਸੀ। ਈਵਨ ਕਿ ਜੋ ਉੱਥੇ ਅਸੀਂ ਪੂਰੀ ਪਲਾਂਟੇਸ਼ਨ ਦਾ ਪਲਾਨ ਕੀਤਾ ਸੀ, ਉਹ ਵੀ ਸਿਰਫ ਡੈਕੋਰੇਟਿਵ ਪਲਾਂਟ ਨਹੀਂ ਲਗਾਉਣੇ ਸੀਗੇ, ਜੋ ਟੋਟਲੀ ਹੀ ਆਯੁਰਵੈਦਿਕ ਪਲਾਂਟ ਲਗਾਉਣੇ ਸੀ, ਜਿਨ੍ਹਾਂ ਨਾਲ ਵਾਤਾਵਰਨ ਵੀ ਸਾਫ਼ ਹੋਣਾ ਸੀਗਾ, ਉਸ ਹਵਾ ਨਾਲ ਜੋ ਆਪਣੀ ਸਾਹ ਰਾਹੀਂ ਜਾਣੀ ਸੀ, ਆਪਾਂ ਨੂੰ ਸਿਹਤ ਵਿੱਚ ਬੈਨੀਫਿਟ ਮਿਲਣਾ ਸੀ, ਪਲੱਸ ਉਹਨਾਂ ਦੇ ਪੱਤੇ, ਕਿਸੇ ਦਰਖਤ ਦਾ ਫਲ ਆਪਾਂ ਨੂੰ ਖਾਣ ਨਾਲ ਵੀ ਸਿਹਤ ਸਹੂਲਤਾਂ ਮਿਲਣੀਆਂ ਸੀ। ਇਸੇ ਤਰ੍ਹਾਂ ਹਰ ਬੰਦੇ ਦੀ ਇੱਕ ਇੱਛਾ ਹੁੰਦੀ ਹੈ ਕਿ ਮੈਂ ਆਯੁਰਵੇਦ ਦੇ ਵਿੱਚ ਜਿੱਦਾਂ ਆਪਾਂ ਸੁਣਦੇ ਹਾਂ ਆਂਵਲੇ ਦਾ ਜੂਸ, ਐਲੋਵੇਰਾ ਦਾ ਜੂਸ, ਕਰੇਲੇ ਦਾ ਜੂਸ, ਕਣਕ ਦਾ ਜੂਸ ਪੀਵਾਂ, ਪਰ 2 ਦਿਨ 3 ਦਿਨ ਤੋਂ ਵੱਧ ਕੋਈ ਵੀ ਬੰਦਾ ਮਿਹਨਤ ਨਹੀਂ ਕਰ ਸਕਦਾ। ਔਰ ਰੋਜ਼ ਉੱਥੇ ਇਹ ਵੀ ਪਲਾਨ ਅਸੀਂ ਬਣਾਇਆ ਸੀ ਕਿ ਇੱਕ ਬੰਦਾ ਉੱਥੇ ਰੱਖਿਆ ਜਾਊਗਾ ਜੋ ਕਿ ਨੋ ਪ੍ਰੋਫਿਟ ਨੋ ਲੋਸ ਤੇ ਹਰ ਰੋਜ਼ ਇਹ ਸਾਰੇ ਤਰ੍ਹਾਂ ਦਾ ਜੂਸ ਉੱਥੇ ਪ੍ਰੋਵਾਈਡ ਵੀ ਕੀਤਾ ਜਾਵੇਗਾ। ਯਾਨੀ ਕਿ ਪਾਰਕ ਤਾਂ ਹੋਏਗਾ ਹੀ ਹੋਏਗਾ, ਨਾਲ ਦੀ ਨਾਲ ਲੋਕਾਂ ਦੀ ਸਿਹਤ ਦਾ ਖਜ਼ਾਨਾ ਵੀ ਉੱਥੇ ਹੋਏਗਾ। ਜੋ ਸਿਹਤ ਨਾਲ ਸੰਬੰਧਿਤ ਜੜੀਆਂ ਬੂਟੀਆਂ ਨੇ ਜਾਂ ਫਿਰ ਸਿਹਤ ਨਾਲ ਸੰਬੰਧਿਤ ਜੋ ਇਹਨਾਂ ਨੇ ਆਪਣਾ ਪਲਾਨ ਦੱਸਿਆ ਕਿ ਉਹ ਸਾਰਾ ਕੁਝ ਉੱਥੇ ਹੋਏਗਾ। ਤਾਂ ਇਸ ਤਰ੍ਹਾਂ ਦਾ ਇਹਨਾਂ ਦਾ ਪਲਾਨ ਹੈ। ਤਾਂ ਹੋਰ ਤੁਸੀਂ ਸੋਸ਼ਲ ਮੀਡੀਆ ਤੇ ਕੁਝ ਹੋਰ ਵੀ ਪੋਸਟਾਂ ਦੇ ਜ਼ਰੀਏ ਕੁਝ ਆਪਣੇ ਪਲਾਨ ਤੁਸੀਂ ਸ਼ੇਅਰ ਕੀਤੇ ਨੇ, ਥੋੜ੍ਹਾ ਸੰਖੇਪ ਦੇ ਵਿੱਚ ਸਾਨੂੰ ਉਹ ਵੀ ਦੱਸੋ। ਜੀ ਬਿਲਕੁਲ, ਜੈਸੇ ਆਪਣਾ ਹੁਣ ਹਰ ਬੰਦਾ, ਮੈਂ ਸੁਣਦਾ ਆ ਰਿਹਾ ਕਾਫੀ, ਜਦੋਂ ਦਾ ਚੋਣ ਮੁਹਿੰਮ ਸ਼ੁਰੂ ਹੋਈ ਹੈ, ਹਰ ਬੰਦੇ ਦਾ ਇੱਕੋ ਹੀ ਸਟੇਟਮੈਂਟ ਹੁੰਦੀ ਹੈ ਜੀ ਅਸੀਂ ਪਾਰਕ ਬਣਾਵਾਂਗੇ। ਤਾਂ ਮੈਂ ਬੜਾ ਦੇਖਿਆ ਕਮੈਂਟਾਂ ਦੇ ਵਿੱਚ ਲੋਕਾਂ ਦੇ ਤੰਜ ਰੂਪੀ ਮੈਸੇਜ ਹੁੰਦੇ ਨੇ ਕਿ ਇਹ ਪਾਰਕ ਗਲੀਆਂ ਦੇ ਵਿੱਚ, ਸੜਕਾਂ ਦੇ ਉੱਤੇ ਬਣਾਏ ਜਾਣਗੇ। ਇਹ ਕਿਤੇ ਨਾ ਕਿਤੇ ਪੁਆਇੰਟ ਜਾਇਜ਼ ਵੀ ਹੈ, ਕਿਉਂ ਜਦੋਂ ਦੇਖਿਆ ਆਪਣੇ ਵਾਰਡਾਂ ਦੇ ਵਿੱਚ ਕਿਤੇ ਖੁੱਲੀ ਜਗ੍ਹਾ ਤਾਂ ਹੈ ਹੀ ਨਹੀਂ। ਪਰ ਸਾਡੀ ਇੱਕ ਖੁਸ਼ਕਿਸਮਤੀ ਹੈ ਕਿ 12 ਨੰਬਰ ਵਾਰਡ ਦੇ ਬਿਲਕੁਲ ਨਜ਼ਦੀਕ ਇੱਕ ਸਰਕਾਰੀ ਬॉय ਸਕੂਲ ਹੈ, ਜਿਹਦਾ ਕਿ ਗਰਾਊਂਡ ਔਰ ਪਾਰਕ ਬਹੁਤ ਵੱਡਾ ਹੈ। ਉਸੇ ਪਾਰਕ ਨੂੰ ਅਸੀਂ ਡਿਵੈਲਪ ਕਰਾਂਗੇ ਸਰਕਾਰੀ ਸਹਾਇਤਾ ਨਾਲ ਵੀ ਔਰ ਆਪਣੇ ਸੋਰਸਿਸ ਨਾਲ ਵੀ। ਉੱਥੇ ਇੱਕ ਖੇਡ ਸਟੇਡੀਅਮ ਦੀ ਵੀ ਕੋਸ਼ਿਸ਼ ਕਰਾਂਗੇ ਮਿੰਨੀ, ਪਲੱਸ ਓਪਨ ਜਿਮ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਉਸ ਪਾਰਕ ਦਾ ਡਬਲ ਬੈਨੀਫਿਟ ਮਿਲੇਗਾ, ਸਵੇਰੇ ਔਰ ਸ਼ਾਮ, ਜਿਵੇਂ ਪਹਿਲਾਂ ਹੀ ਉੱਥੇ ਸਾਡੇ ਪੂਰੇ ਵਾਰਡ ਵਾਸੀ ਸੈਰ ਲਈ ਜਾਂਦੇ ਨੇ, ਉਹਨਾਂ ਨੂੰ ਵੀ ਸਹੂਲਤ ਮਿਲੇਗੀ, ਪਲੱਸ ਸਕੂਲ ਦੇ ਸਮੇਂ ਜਿੰਨੇ ਸਕੂਲ ਦੇ ਵਿਦਿਆਰਥੀ ਨੇ ਉਹਨਾਂ ਨੂੰ ਵੀ ਫਾਇਦਾ ਹੋਏਗਾ। ਐਸੇ ਤਰ੍ਹਾਂ ਜਿੱਦਾਂ ਕਿ ਬੇਸਿਕ ਹੁਣ ਆਪਾਂ ਮਹੱਲੇ ਦੇ ਵਿੱਚ ਰਹਿੰਦੇ ਹਾਂ, ਸ਼ਹਿਰ ਦੇ ਵਿੱਚ ਰਹਿੰਦੇ ਹਾਂ, ਇੱਕ ਆਮ ਇਨਸਾਨ ਸਭ ਤੋਂ ਵੱਧ ਜਾਣਦਾ ਹੁੰਦਾ ਹੈ ਕਿ ਆਪਣੇ ਏਰੀਏ ਦੀਆਂ ਕੀ ਪਰੇਸ਼ਾਨੀਆਂ ਨੇ। ਉਹਨਾਂ ਇੱਕ ਪਰੇਸ਼ਾਨੀਆਂ ਦੀ ਬਹੁਤ ਵੱਡੀ ਫਹਿਰਿਸਤ ਸੀ, ਜਿਹਦੇ ਲਈ ਅਸੀਂ ਬਹੁਤ ਲੰਬੇ ਸਮੇਂ ਤੋਂ SDM ਸਾਹਿਬ, ਨਗਰ ਕੌਂਸਲ ਦੇ ਗੇੜੇ ਵੀ ਲਾਉਂਦੇ ਸੀ ਵੀ ਇਹ ਸਹੂਲਤਾਂ ਹੋਣੀਆਂ ਚਾਹੀਦੀਆਂ ਨੇ। ਤਾਂ ਉਹ ਯਾਨੀ ਕਿ ਮੇਰੇ ਕੋਲ ਪੂਰੀ ਇੱਕ ਫਹਿਰਿਸਤ ਬਣੀ ਹੋਈ ਹੈ। ਜਿੱਦਾਂ ਕਿ ਸਭ ਤੋਂ ਵੱਡੀ ਇੱਕ ਕਾਮਨ ਪ੍ਰੋਬਲਮ ਹੁੰਦੀ ਹੈ, ਕਮੇਟੀ ਨੇ ਸਟਰੀਟ ਲਾਈਟਾਂ ਤਾਂ ਜ਼ਰੂਰ ਲਗਾਈਆਂ ਹੁੰਦੀਆਂ ਨੇ, ਪਰ ਉਹ ਬਹੁਤ ਵਾਰ ਦੇਖਦੇ ਹਾਂ ਦਿਨੇ ਚੱਲ ਰਹੀਆਂ ਹੁੰਦੀਆਂ, ਰਾਤ ਨੂੰ ਚੱਲਦੀਆਂ ਨਹੀਂ। 8 ਦੇ ਵਿੱਚੋਂ 3 ਕੰਮ ਕਰ ਰਹੀਆਂ ਹੁੰਦੀਆਂ ਨੇ, 5 ਬੰਦ ਹੁੰਦੀਆਂ ਨੇ। ਇੱਕ ਵੱਡੀ ਪ੍ਰੋਬਲਮ ਹੈ। ਸਭ ਤੋਂ ਪਹਿਲਾਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਜਿੰਨੇ ਵੀ ਗਲੀਆਂ ਔਰ ਚੌਂਕਾਂ ਦੀਆਂ ਸਟਰੀਟ ਲਾਈਟਾਂ ਨੇ ਉਹਨੂੰ ਚੱਲਦਾ ਬਣਾਇਆ ਰੱਖਿਆ ਜਾਵੇਗਾ। ਪਲੱਸ ਜੋ ਮੇਨ ਚੌਂਕ ਨੇ ਉੱਥੇ ਸੋਲਰ ਸਟਰੀਟ ਲਾਈਟ ਲਗਾਈਆਂ ਜਾਣਗੀਆਂ। ਜਿੱਦਾਂ ਕਿ ਗਰਮੀਆਂ ਦੇ ਵਿੱਚ ਪਾਵਰ ਕੱਟ ਦੀ ਇੱਕ ਬਹੁਤ ਵੱਡੀ ਸਮੱਸਿਆ ਹੁੰਦੀ ਹੈ, ਤਾਂ ਪਾਵਰ ਕੱਟ ਸਮੇਂ ਵੀ ਲਾਈਟਾਂ ਬੰਦ ਨਾ ਹੋਣ। ਇਸੇ ਤਰ੍ਹਾਂ ਇੱਕ ਸਭ ਤੋਂ ਵੱਡੀ ਸਮੱਸਿਆ ਮੇਰੇ 12 ਨੌਰੇ ਦੇ ਵਿੱਚ ਜਿੱਦਣ ਦਾ ਮੈਂ ਪੈਦਾ ਹੋਇਆ ਮੈਂ ਦੇਖਦਾ ਆ ਰਿਹਾ, ਕੂੜੇ ਦੇ ਡੰਪ ਦੀ ਹੈ। 12 ਨੌਰੇ ਦਾ ਇੱਕ 12 ਨੰਬਰ ਵਾਰਡ ਦਾ ਇੱਕ ਦਿਲ ਹੈ, ਜੋ ਉਹ ਹੈ 12 ਨੰਬਰ ਵਾਰਡ, 12 ਨੌਰੇ, ਜਿਸ ਦੇ ਸ਼ੁਰੂਆਤ ਦੇ ਵਿੱਚ ਚੌਂਕ ਦੇ ਵਿੱਚ ਕੂੜੇ ਦਾ ਡੰਪ ਮੈਂ ਪਹਿਲੇ ਦਿਨ ਤੋਂ ਦੇਖਦਾ ਆ ਰਿਹਾ। ਦੂਸਰਾ, ਇਹਦੇ ਸਿਰੇ 'ਤੇ ਬॉय ਸਕੂਲ ਦੇ ਬਿਲਕੁਲ ਸਾਹਮਣੇ ਕੂੜੇ ਦਾ ਡੰਪ। ਸਭ ਤੋਂ ਪਹਿਲਾਂ ਮੇਰਾ ਕੰਮ ਇਹੀ ਹੋਊਗਾ ਵੀ ਇਸ ਕੂੜੇ ਦੇ ਡੰਪ ਨੂੰ ਅਸੀਂ 1000 ਵਾਰ ਆਪਣੇ ਪੈਸੇ ਨਾਲ ਵੀ ਚੁਕਵਾ ਚੁੱਕੇ ਹਾਂ, ਕਲੀ ਵੀ ਛਿੜਕਾਤੀ, ਸਫਾਈ ਵੀ ਕਰਾਤੀ, CCTV ਕੈਮਰੇ ਵੀ ਲਵਾਤੇ, ਪਰ ਇਹਦਾ ਕੋਈ ਪੱਕਾ ਹੱਲ ਨਹੀਂ ਹੋਇਆ। ਹੁਣ ਇਹਦੇ ਲਈ ਮੈਂ ਕੀ ਪਲਾਨ ਕੀਤਾ ਸੀਗਾ ਕਿ ਇਹ ਦੋਨੋਂ ਜਗ੍ਹਾ ਨੂੰ ਜਦੋਂ ਆਪਾਂ ਖੂਬਸੂਰਤ ਬਣਾ ਦਾਂਗੇ, ਯਾਨੀ ਕਿ ਇੱਕ ਇਹੋ ਜਿਹੀ ਸੈਰਗਾਹ ਜਾਂ ਸੈਲਫੀ ਪੁਆਇੰਟ ਬਣਾ ਦਾਂਗੇ ਕਿ ਲੋਕ ਉੱਥੇ ਆਕਰਸ਼ਿਤ ਹੋ ਕੇ ਖੁਦ ਆਪਣੀਆਂ, ਅੱਜ ਕੱਲ੍ਹ ਜਿਵੇਂ ਯੰਗ ਜਨਰੇਸ਼ਨ ਦੇ ਵਿੱਚ ਬੜਾ ਕਰੇਜ਼ ਹੈ ਸੈਲਫੀਆਂ ਲੈਣ ਦਾ, ਸੈਲਫੀ ਲੈਣ ਆਉਣਗੇ ਤਾਂ ਉਹ ਚਾਹੁੰਦੇ ਹੋਏ ਵੀ ਉੱਥੇ ਕੋਈ ਕੂੜਾ ਨਹੀਂ ਡਿੱਗੇਗਾ। ਦੂਸਰਾ, ਜੇ ਕੋਈ ਡਿੱਗਣ ਆਵੇਗਾ ਤਾਂ ਜੇ 2 ਡਿੱਗਣ ਆਉਣਗੇ ਤਾਂ 10 ਉਹਨੂੰ ਨਿਖੇਧੀ ਕਰਨ ਵਾਲੇ, ਉਹਨੂੰ ਰੋਕਣ ਵਾਲੇ ਵੀ ਹੋਣਗੇ। ਇਹ ਮੇਰੇ ਹਿਸਾਬ ਨਾਲ ਇੱਕ ਪੱਕਾ ਹੱਲ ਹੋਏਗਾ ਇਸ ਚੀਜ਼ ਦਾ। ਇਸੇ ਤਰ੍ਹਾਂ ਜਿੱਦਾਂ ਆਪਾਂ ਦੇਖਦੇ ਹਾਂ ਕਿ ਹਰ ਬੰਦੇ ਦੀ ਕੋਈ ਨਾ ਕੋਈ ਸਮੱਸਿਆ ਹੁੰਦੀ ਹੈ। ਮੇਰੇ ਵਰਗੇ ਕੈਂਡੀਡੇਟ ਜਦੋਂ ਤਾਂ ਵੋਟਾਂ ਹੁੰਦੀਆਂ ਘਰ ਘਰ ਜਾ ਕੇ ਪੈਰੀ ਹੱਥ ਲਾ ਕੇ ਹਾੜੇ ਕੱਢਦੇ ਨੇ, ਮੈਨੂੰ ਬਣਾਓ ਜੀ, ਮੈਂ ਤੁਹਾਡੇ ਕੰਮ ਆਵਾਂਗਾ। ਪਰ ਜਦੋਂ ਇੱਕ ਅਸੀਂ ਸੀਟ ਤੇ ਬਹਿ ਜਾਂਦੇ ਹਾਂ ਤਾਂ ਸਾਡਾ ਫੋਨ ਵੀ ਬੰਦ ਆਉਣ ਲੱਗ ਜਾਂਦਾ ਅਤੇ ਲੋਕਾਂ ਨੂੰ ਅਸੀਂ ਮਿਲਣੋਂ ਵੀ ਬੰਦ ਹੋ ਜਾਂਦੇ ਹਾਂ। ਪਰ ਮੇਰਾ ਮਕਸਦ ਕੀ ਹੈ, ਜਿੱਦਾਂ ਸਾਡੀ ਫਾਊਂਡੇਸ਼ਨ ਦਾ ਵੀ ਇੱਕ ਹੈਲਪਲਾਈਨ ਨੰਬਰ ਸੀਗਾ, ਮੈਂ ਇੱਕ ਰਿਜ਼ਲਟ ਆਉਣ ਦੇ ਵਾਅਦਾ ਕਰਦਾ, ਰਿਜ਼ਲਟ ਆਉਣ ਦੇ 24 ਘੰਟੇ ਦੇ ਅੰਦਰ ਅੰਦਰ ਮੇਰਾ ਇੱਕ ਹੈਲਪਲਾਈਨ ਨੰਬਰ ਜਾਰੀ ਹੋਏਗਾ ਜੋ ਹਰ ਟਾਈਮ ਚਾਲੂ ਹੋਏਗਾ। ਵਾਰਡ ਦੇ ਨਾਲ ਸੰਬੰਧਿਤ ਕਿਸੇ ਵੀ ਬੰਦੇ ਦੀ ਕੋਈ ਵੀ ਸਮੱਸਿਆ ਹੋਏਗੀ ਉਹ ਨੋਟ ਕੀਤੀ ਜਾਏਗੀ। 24 ਤੋਂ 48 ਘੰਟੇ ਦੇ ਵਿੱਚ ਅਗਰ ਉਹ ਕਮੇਟੀ ਨਾਲ ਸੰਬੰਧਿਤ ਹੈ ਤਾਂ ਉਹਦਾ ਹੱਲ ਹੋਏਗਾ। ਜੇ ਕਿਸੇ ਹੋਰ ਮਹਿਕਮੇ ਨਾਲ ਤਾਂ ਉਹ ਜਲਦੀ ਤੋਂ ਜਲਦੀ ਹੱਲ ਕਰਵਾਉਣ ਦੀ ਕੋਸ਼ਿਸ਼ ਹੋਊਗੀ। ਉਸ ਤੋਂ ਇਲਾਵਾ ਇੱਕ ਜਿੱਦਾਂ ਕਿ ਅੱਜ ਕੱਲ੍ਹ ਟੈਕਨੋਲੋਜੀ ਦਾ ਜ਼ਮਾਨਾ ਹੈ,
ਔਰ ਮੈਂ ਤਾਂ ਜਿੱਦਾਂ ਤੁਸੀਂ ਜਾਣਦੇ ਹੀ ਹੋ ਪਹਿਲੇ ਦਿਨੋਂ ਕੰਪਿਊਟਰ ਦਾ ਮੇਰਾ ਬਿਜ਼ਨਸ ਹੈ, ਟੈਕਨੋਲੋਜੀ ਨਾਲ ਜੁੜੇ ਹੋਏ ਆ। ਅੱਜ ਕੱਲ੍ਹ ਸੋਸ਼ਲ ਮੀਡੀਆ ਔਰ ਟੈਕਨੋਲੋਜੀ ਦਾ ਕੋਈ ਵੀ ਨਹੀਂ ਬੰਦਾ ਚਾਹੁੰਦਾ ਕਿ ਮੈਂ ਜਾ ਕੇ ਲਿਖਤੀ ਕੰਪਲੀਟ ਕਰਾਂ ਆਪਣੇ ਮੁਸ਼ਕਲ ਦੀ। ਤਾਂ ਇੱਕ ਐਪਲੀਕੇਸ਼ਨ ਲਾਂਚ ਕੀਤੀ ਜਾਏਗੀ ਜਿਹੜੇ ਕਿ ਪੂਰੇ ਸ਼ਹਿਰ ਲਈ ਹੋਵੇਗੀ। ਤੁਹਾਡੇ ਸ਼ਹਿਰ ਦੇ ਵਿੱਚ, ਆਪਣੇ ਬੁਢਲਾਡਾ ਸ਼ਹਿਰ ਦੇ ਵਿੱਚ ਕਿਸੇ ਵੀ ਜਗ੍ਹਾ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਸਰਕਾਰੀ ਮਹਿਕਮੇ ਨਾਲ ਸੰਬੰਧਿਤ ਕੰਪਲੇਂਟ ਹੈ ਜਾਂ ਤੁਹਾਡੇ ਵਾਰਡ ਨਾਲ ਸੰਬੰਧਿਤ ਕਿਸੇ ਗਲੀ ਦੇ ਵਿੱਚ ਸੰਬੰਧਿਤ ਹੈ ਤਾਂ ਉਸ ਕੰਪਲੇਂਟ ਨੂੰ ਤੁਸੀਂ ਆਨਲਾਈਨ ਰਜਿਸਟਰ ਕਰਨਾ ਹੈ। ਸੰਬੰਧਿਤ ਮਹਿਕਮੇ ਤੱਕ ਉਹ ਤੁਹਾਡੀ ਕੰਪਲੇਂਟ ਪਹੁੰਚੇਗੀ, ਐਸਡੀਐਮ ਸਾਹਿਬ ਤੱਕ, ਡੀਸੀ ਸਰ ਤੱਕ। ਇਹ ਤੁਹਾਡੀ ਕੰਪਲੇਂਟ ਉਸ ਐਪ ਰਾਹੀਂ ਆਟੋਮੈਟਿਕਲੀ ਚਲੀ ਜਾਏਗੀ। ਉਸ ਤੋਂ ਇਲਾਵਾ ਉਹਦੇ ਵਿੱਚ ਇੱਕ ਫੋਟੋ ਖਿੱਚਣ ਦੀ ਆਪਸ਼ਨ ਹੋਏਗੀ। ਮੰਨ ਲਓ ਤੁਹਾਨੂੰ ਕਿਸੇ ਵੀ ਜਗ੍ਹਾ ਦੇ ਵਿੱਚ ਖੱਡਾ ਦਿਖਦਾ ਹੈ ਜਾਂ ਕੂੜਾ ਪਿਆ ਹੁੰਦਾ, ਤੁਸੀਂ ਫੋਟੋ ਭੇਜੋ ਜਗ੍ਹਾ ਮੈਂਸ਼ਨ ਕਰਕੇ, ਤਾਂ ਉਸੇ ਦਿਨ ਉਸ ਚੀਜ਼ ਦਾ ਹੱਲ ਹੋਵੇਗਾ। ਇਹ ਟੈਕਨੋਲੋਜੀ ਨੂੰ ਸਿਰਫ ਅਸੀਂ ਇੱਕ ਖੇਡ ਦੇ ਤੌਰ ਤੇ ਵਰਤਦੇ ਹਾਂ, ਪਰ ਅਸੀਂ ਇਹਨੂੰ ਸਹੂਲਤਾਂ ਲਈ ਵਰਤਣਾ ਚਾਹੁੰਦੇ ਹਾਂ। ਇਸੇ ਤਰ੍ਹਾਂ ਇੱਕ ਮੇਨ ਮੁੱਦਾ ਹੁੰਦਾ ਹੈਗਾ ਸਿਕਿਉਰਿਟੀ ਦਾ। ਘਰਾਂ ਅੱਗੇ ਆਪਣੇ ਸਭ ਦੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ, ਪਰ ਉਹ ਸਫੀਸ਼ੀਐਂਟ ਨਹੀਂ ਹੈਗੇ। ਇਹ ਵੀ ਬਹੁਤ ਵੱਡਾ ਮੇਰਾ ਪਲਾਨ ਹੈ। 12 ਨੰਬਰ ਵਾਰਡ ਦੇ ਜਿੰਨੇ ਵੀ ਮੇਨ ਐਂਟਰੀ ਪੁਆਇੰਟ ਨੇ ਉੱਥੇ ਸੀਸੀਟੀਵੀ ਕੈਮਰੇ ਦਾ ਪ੍ਰਬੰਧ ਕੀਤਾ ਜਾਵੇਗਾ। ਪ੍ਰਸ਼ਾਸਨ ਨੂੰ ਇਹ ਮਤਾ, ਪਹਿਲਾ ਮੇਰਾ ਮਤਾ ਇਹੀ ਹੋਵੇਗਾ। ਇੱਕ ਮੇਰਾ ਬਹੁਤ ਵੱਡਾ ਇੱਕ ਸੁਪਨਾ ਹੈ ਜਾਂ ਇੱਕ ਮੇਰੀ ਕੋਸ਼ਿਸ਼ ਹੈ, ਜਿੱਦਾਂ ਕਿ ਰਾਜ ਸਰਕਾਰ ਔਰ ਕੇਂਦਰ ਸਰਕਾਰ ਵੱਲੋਂ ਹਰ ਵਰਗ ਲਈ ਹਜ਼ਾਰਾਂ ਹੀ ਸਹੂਲਤਾਂ ਇੱਕ ਕਿਸੇ ਸਕੀਮਾਂ ਦੇ ਤਹਿਤ ਦਿੱਤੀਆਂ ਜਾਂਦੀਆਂ ਨੇ, ਪਰ ਸਿਰਫ 2% ਸਕੀਮਾਂ ਤੱਕ ਹੀ ਆਪਣੇ ਲੋਕ ਪਹੁੰਚ ਪਾਉਂਦੇ ਨੇ, ਲੈਕ ਆਫ ਅਵੇਅਰਨੈਸ। ਅਤੇ ਅਸੀਂ ਇੱਕ ਆਪਣੇ ਵਾਰਡ ਦੇ ਵਿੱਚ ਜਾਂ ਆਪਣੇ ਸ਼ਹਿਰ ਦੇ ਵਿੱਚ ਇੱਕ ਇਹੋ ਜਿਹਾ ਸੁਵਿਧਾ ਸੈਂਟਰ ਨਾਂ ਦਾ, ਜਿਹਨੂੰ ਅਸੀਂ ਵਾਰਡ ਮਿੱਤਰਾ ਦਾ ਨਾਮ ਦੇਣ ਦੀ ਮੇਰੀ ਸਕੀਮ ਹੈ, ਸਥਾਪਿਤ ਕਰਾਂਗੇ। ਜਿੰਨੀਆਂ ਵੀ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਹਰ ਵਰਗ ਨਾਲ ਜੁੜੀਆਂ ਹੋਈਆਂ ਨੇ, ਉਹਨਾਂ ਦਾ ਬਹੁਤ ਵੱਡਾ ਇੱਕ ਵਿਉਰਾ ਦਿੱਤਾ ਜਾਊਗਾ ਕਿ ਇਹ ਸਕੀਮ ਦੀ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਹੈ। ਪਲੱਸ ਉੱਥੇ ਇੱਕ ਸਾਡੇ ਵੱਲੋਂ ਇੱਕ ਵਰਕਰ ਰੱਖਿਆ ਜਾਏਗਾ ਜੋ ਸਾਰੇ ਡਾਕੂਮੈਂਟਸ ਦੀ ਤੁਹਾਡੀ ਫਾਈਲ ਪ੍ਰਪੇਅਰ ਕਰਕੇ ਉਸ ਨੂੰ ਫਾਰਵਰਡ ਕਰਕੇ, ਤਾਂ ਕਿ ਤੁਹਾਨੂੰ ਦਰ ਫਿਰਨਾ ਨਾ ਪਵੇ। ਅਤੇ ਉਹ ਸਾਰੀਆਂ ਸਹੂਲਤਾਂ ਵੀ ਤੁਹਾਨੂੰ ਪ੍ਰੋਵਾਈਡ ਕਰਾਈਆਂ ਜਾਣਗੀਆਂ। ਔਰ ਇਹ ਨੋ ਪ੍ਰੋਫਿਟ ਨੋ ਲੋਸ 'ਤੇ ਕੰਮ ਹੋਏਗਾ। ਜਿੱਦਾਂ ਕਿ ਆਪਾਂ ਕੋਈ ਫਾਈਲ ਅਪਲਾਈ ਕਰਨ ਦੇ ਆਪਾਂ 100 ਹਜ਼ਾਰਾਂ ਦੇ ਵਿੱਚ ਖਰਚੇ ਹੋ ਜਾਂਦੇ ਨੇ ਇੱਕ ਫਾਰਮੈਲਿਟੀ ਦੇ ਤੌਰ 'ਤੇ, ਉਹ ਜ਼ੀਰੋ ਤੁਹਾਡੇ ਖਰਚੇ ਹੋਣਗੇ। ਸਿਰਫ ਜੋ ਤੁਹਾਡੇ ਇੱਕ ਕੋਈ ਫੋਟੋ ਸਟੇਟ ਜਾਂ ਕੋਈ ਵੀ ਫਾਰਮ ਦੀ ਕੋਈ ਫੀਸ ਹੋਏਗੀ ਸਰਕਾਰੀ, ਸਿਰਫ ਉਹੀ ਲੱਗੇਗੀ। ਇਸ ਤਰ੍ਹਾਂ ਦਾ ਅਸੀਂ ਇੱਕ ਵਾਰਡ ਮਿੱਤਰਾਂ ਨਾਂ ਦਾ ਮਾਡਲ ਸਥਾਪਿਤ ਕਰਾਂਗੇ ਵਾਰਡ ਦੇ ਵਿੱਚ। ਤਾਂ ਸੋਨੂੰ ਜੀ, ਤੁਸੀਂ ਟੈਕਨੋਲੋਜੀ ਦੀ ਗੱਲ ਕੀਤੀ ਹੈ, ਤੁਸੀਂ ਟੈਕਨੋਲੋਜੀ ਦੇ ਨਾਲ ਜੁੜੇ ਵੀ ਹੋਏ ਹੋ, ਲੇਕਿਨ ਇੱਥੇ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਜੋ ਮਿਊਨਿਸਪਲ ਕਮੇਟੀ ਦੇ ਵਿੱਚ ਸਭ ਤੋਂ ਵੱਡਾ ਜੋ ਮੁੱਦਾ ਪਿਛਲੇ ਦਿਨਾਂ ਦੇ ਵਿੱਚ ਆਇਆ ਉਹ ਹੈ ਕਰਪਸ਼ਨ ਦਾ। ਤਾਂ ਕਰਪਸ਼ਨ ਨੂੰ ਘੱਟ ਕਰਨ ਲਈ ਵੈਸੇ ਅਸੀਂ ਵੀ ਕੋਸ਼ਿਸ਼ ਇੱਕ ਸ਼ੁਰੂ ਕਰ ਰਹੇ ਹਾਂ ਆਪਣੇ ਵੱਲੋਂ। ਤੁਸੀਂ ਸ਼ਾਇਦ ਪਿੱਛੇ ਜੇ ਇੱਕ ਇੰਟਰਵਿਊ ਸਾਡੇ ਚੈਨਲ ਤੇ ਦੇਖੀ ਹੋਏਗੀ ਐਡਵੋਕੇਟ PK ਅਰੋੜਾ ਜੀ ਦੇ ਨਾਲ, ਤਾਂ ਉਹਨਾਂ ਨੇ ਗੱਲ ਕਹੀ ਸੀ ਕਿ ਸਾਰੇ ਹੀ ਉਮੀਦਵਾਰ ਜਿਹੜੇ ਵੀ ਇਸ ਵਾਰ ਮਿਊਨਿਸਪਲ ਚੋਣਾਂ ਦੇ ਵਿੱਚ ਖੜੇ ਹੋ ਰਹੇ ਨੇ, ਅਗਰ ਉਹ ਇਸ ਗੱਲ ਦੀ ਕਸਮ ਖਾਣ, ਆਪਣੇ ਜਿਹੜੇ ਵੀ ਧਰਮ ਨੂੰ ਉਹ ਮੰਨਦੇ ਨੇ, ਅਗਰ ਸਿੱਖ ਧਰਮ ਨੂੰ ਮੰਨਦੇ ਨੇ ਤਾਂ ਗੁਰਦੁਆਰੇ ਜਾਣ, ਅਗਰ ਹਿੰਦੂ ਨੂੰ ਮੰਨਦੇ ਨੇ ਤਾਂ ਉਹ ਮੰਦਿਰ ਦੇ ਵਿੱਚ ਜਾਣ, ਔਰ ਇਹ ਕਸਮ ਖਾਣ ਕਿ ਉਹ ਨਾ ਕਰਪਸ਼ਨ ਕਰਨਗੇ ਔਰ ਨਾ ਕਰਪਸ਼ਨ ਹੋਣ ਦੇਣਗੇ। ਕੀ ਤੁਸੀਂ ਉਹਨਾਂ ਦੇ ਨਾਲ ਸਹਿਮਤ ਹੋ? ਕੀ ਤੁਸੀਂ ਇਸ ਤਰ੍ਹਾਂ ਦੀ ਕਸਮ ਖਾਣ ਲਈ ਤਿਆਰ ਹੋ ਪਬਲਿਕਲੀ? ਮੈਂ ਤੁਹਾਡੀ ਇੰਟਰਵਿਊ ਅਰੋੜਾ ਜੀ ਨਾਲ ਦੇਖੀ ਸੀਗੀ ਅਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਤੁਹਾਡੀ ਇਹ ਮੁਹਿੰਮ ਔਰ ਪਹਿਲ ਬਹੁਤ ਵਧੀਆ ਹੈ। ਔਰ ਮੈਂ ਤੁਹਾਨੂੰ ਵਾਅਦਾ ਕਰਦਾ ਕਿ ਇਸ ਮੁਹਿੰਮ ਦੀ ਸਭ ਤੋਂ ਪਹਿਲਾਂ ਸ਼ੁਰੂਆਤ ਮੇਰੇ ਤੋਂ ਕੀਤੀ ਜਾਵੇ। ਜਿੱਦਾਂ ਕਿ ਸਾਰਾ ਬੁਢਲਾਡਾ ਜਾਣਦਾ ਹੈ ਕਿ ਮੈਂ ਬਹੁਤ ਧਾਰਮਿਕ ਸੰਸਥਾਵਾਂ ਨਾਲ ਜੁੜਿਆ ਹੋਇਆ, ਵੱਖ ਧਾਰਮਿਕ ਐਕਟੀਵਿਟੀਆਂ ਮੇਰੀਆਂ ਹੁੰਦੀਆਂ ਨੇ। ਮੈਂ ਇਹੀ ਕਹੂੰਗਾ ਇੰਟਰਵਿਊ ਤੋਂ ਬਾਅਦ ਸਭ ਤੋਂ ਪਹਿਲਾਂ ਇਸ ਦੀ ਮੁਹਿੰਮ ਮੇਰੇ ਤੋਂ ਹੀ ਸ਼ੁਰੂ ਕੀਤੀ ਜਾਵੇ। ਮੈਂ ਮੰਦਿਰ ਦੇ ਵਿੱਚ ਜਾ ਕੇ ਆਪਣੇ ਪਰਿਵਾਰ ਔਰ ਆਪਣੇ ਧਾਰਮਿਕ ਪੁਸਤਕ ਦੀ ਕਸਮ ਖਾ ਕੇ ਕਹੂੰਗਾ ਕਿ ਮੈਂ ਕਿਸੇ ਵੀ ਤਰ੍ਹਾਂ ਦੀ ਕਰਪਸ਼ਨ ਨਾ ਕਰੂੰਗਾ, ਨਾ ਕਿਸੇ ਨੂੰ ਕਰਨ ਦੇਵਾਂਗਾ, ਔਰ ਨਾ ਹੀ ਜੇ ਕੋਈ ਇਸ ਤਰ੍ਹਾਂ ਦੀ ਹੋਊਗੀ ਤਾਂ ਓਪਨ ਤੌਰ ਤੇ ਉਹਦਾ ਖੁਲਾਸਾ ਵੀ ਕਰਾਂਗਾ, ਡਟ ਕੇ ਵਿਰੋਧ ਕਰਾਂਗਾ। ਤਾਂ ਦੋਸਤੋ, ਇਸ ਚੈਨਲ ਦੇ ਰਾਹੀਂ ਅਸੀਂ ਵੀ ਇੱਕ ਬੇਨਤੀ ਕਰ ਦੇਣਾ ਚਾਹੁੰਦੇ ਹਾਂ ਸਾਰੇ ਹੀ ਬੁਢਲਾਡਾ ਦੇ ਉਮੀਦਵਾਰਾਂ ਨੂੰ ਕਿ ਅਗਰ ਤੁਸੀਂ ਇਹ ਕਸਮ ਖਾਣ ਲਈ ਤਿਆਰ ਹੋ ਤਾਂ ਆਪਣਾ ਵੀਡੀਓ ਕਲਿੱਪ ਉਹ ਤੁਸੀਂ ਆਪਣੇ ਧਾਰਮਿਕ ਸਥਾਨ 'ਤੇ ਜਾ ਕੇ ਰਿਕਾਰਡ ਕਰੋ ਅਤੇ ਸਾਨੂੰ ਭੇਜ ਦਿਓ, ਜਾਂ ਫਿਰ ਸਾਡੀ ਟੀਮ ਨੂੰ ਬੁਲਾਓ, ਅਸੀਂ ਤੁਹਾਡਾ ਵੀਡੀਓ ਕਲਿੱਪ ਬਣਾਵਾਂਗੇ ਔਰ ਪੂਰੇ ਨਗਰ ਵਾਸੀਆਂ ਨੂੰ ਆਪਣੇ ਚੈਨਲ 'ਤੇ ਸ਼ੇਅਰ ਕਰਾਂਗੇ। ਅਤੇ ਤੁਸੀਂ ਇਹ ਵਾਅਦਾ ਕਰਨਾ ਕਿ ਤੁਸੀਂ ਨਾ ਖੁਦ ਕਰਪਸ਼ਨ ਕਰੋਗੇ, ਨਾ ਕਰਪਸ਼ਨ ਹੋਣ ਦਿਓਗੇ। ਤਾਂ ਸੋਨੂੰ ਜੀ, ਕਰਪਸ਼ਨ ਦੀ ਗੱਲ ਚੱਲ ਰਹੀ ਹੈ ਅਤੇ ਪਿੱਛੇ ਜੇ ਤੁਸੀਂ ਵੀ ਸ਼ਾਇਦ ਗਵਾ ਰਹੇ ਹੋਵੋਗੇ ਜਦੋਂ ਧਰਨੇ ਪ੍ਰਦਰਸ਼ਨ ਹੋਏ ਨੇ ਬਹੁਤ ਸਾਰੇ, ਤਾਂ ਕਿਉਂਕਿ MCA ਨੂੰ ਉਦੋਂ ਕਟਹਿਰੇ ਦੇ ਵਿੱਚ ਖੜ੍ਹਾ ਕੀਤਾ ਗਿਆ, ਠੀਕ ਹੈ ਜੀ। ਤਾਂ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਇਹ ਤੁਸੀਂ MC ਦੀ ਜ਼ਿੰਮੇਵਾਰੀ ਅਗਰ ਤੁਹਾਨੂੰ ਮਿਲਦੀ ਹੈ ਤਾਂ ਇਹ ਵੱਡਾ ਚੈਲੰਜ ਹੋਏਗਾ ਤੁਹਾਡੇ ਲਈ? ਜੀ ਬਿਲਕੁਲ, ਚੈਲੰਜ ਉਹਨਾਂ ਲਈ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਬੇਈਮਾਨੀ ਹੈ, ਜੋ ਇਸ ਨੂੰ ਇੱਕ ਧੰਦਾ ਬਣਾ ਕੇ ਜਾਂ ਇੱਕ ਪੈਸੇ ਕਮਾਉਣ ਦਾ ਸਾਧਨ ਮੰਨ ਕੇ ਇਸ ਦੇ ਵਿੱਚ ਆਉਂਦੇ ਨੇ। ਜਦੋਂ ਆਪਾਂ ਕੁਝ ਵੀ ਗਲਤ ਕਰਦੇ ਹਾਂ ਤਾਂ ਕਿਸੇ ਦਾ ਜਵਾਬ ਦੇਣ ਤੋਂ ਚੱਲਦੇ ਹਾਂ,
ਪਰ ਜਦੋਂ ਆਪਾਂ ਕੁਝ ਗਲਤ ਹੀ ਨਹੀਂ ਕਰਨਾ ਤਾਂ ਆਪਾਂ ਨੂੰ ਜਵਾਬ ਦੇਣਾ ਕੀ ਗਲਤ ਹੈ। ਅਗਰ ਤੁਸੀਂ ਕਿਸੇ ਸੰਸਥਾ ਨਾਲ, ਨਗਰ ਕੌਂਸਲ ਵੀ ਇੱਕ ਸੰਸਥਾ ਹੈ ਜਾਂ ਜੋ ਹੋਰ ਵੀ ਕੋਈ ਸਮਾਜ ਸੇਵਿਕ ਸੰਸਥਾ ਨਾਲ ਤੁਸੀਂ ਜੁੜੇ ਹੋਏ ਹੋ, ਤਾਂ ਲੋਕਾਂ ਦੇ ਤੁਸੀਂ ਜਵਾਬ ਦਿਓ, ਤੁਸੀਂ ਪਾਬੰਦ ਹੋ ਇਸ ਗੱਲ ਲਈ ਕਿ ਜੇ ਅਗਰ ਕੋਈ ਬੰਦਾ ਤੁਹਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਸਵਾਲ ਪੁੱਛਦਾ ਹੈ ਤਾਂ ਤੁਹਾਡੀ ਇਹ ਕੋਈ ਜ਼ਿੰਮੇਵਾਰੀ ਹੈ, ਉਹ ਹੱਕਦਾਰ ਹੈ ਤੁਹਾਡੇ ਤੋਂ ਹਰ ਤਰ੍ਹਾਂ ਦਾ ਸਵਾਲ ਪੁੱਛਣ ਦਾ, ਤੇ ਤੁਸੀਂ ਪਾਬੰਦ ਹੋ ਹਰ ਤਰ੍ਹਾਂ ਦਾ ਜਵਾਬ ਦੇਣ ਦਾ। ਔਰ ਮੈਂ ਇਸ ਚੀਜ਼ ਦਾ ਭਰੋਸਾ ਦਿਵਾਨਾ, ਮੈਂ ਫਾਊਂਡੇਸ਼ਨ ਦੇ ਤੌਰ ਤੇ ਵੀ ਜਵਾਬ ਦੇ ਸੀ, ਔਰ ਅਗਰ ਮੈਨੂੰ ਮੇਰੇ ਵਾਰਡ ਮਿੱਤਰ ਮੈਨੂੰ ਇਸ ਕਮੇਟੀ ਦੇ ਵਿੱਚ ਭੇਜਦੇ ਨੇ ਤਾਂ ਮੈਂ ਉੱਥੇ ਵੀ ਪਾਬੰਦ ਹੋਵਾਂਗਾ ਹਰ ਸਵਾਲ ਦਾ ਜਵਾਬ ਦੇਣ ਲਈ। ਤਾਂ ਸੋਨੂੰ ਜੀ, ਜਾਂਦੇ ਜਾਂਦੇ ਤੁਸੀਂ ਦੋ ਸ਼ਬਦਾਂ ਵਿੱਚ ਆਪਣੇ ਵਾਰਡ ਵਾਸੀਆਂ ਨੂੰ ਉਹ ਕਿਹੜੀ ਗੱਲ ਕਹੋਗੇ, ਉਹ ਤੁਹਾਨੂੰ ਵੋਟ ਕਿਉਂ ਕਰਨਾ? ਦੇਖੋ ਜੀ, ਮੈਂ ਨਾ ਵੋਟ ਪਹਿਲਾਂ ਮੰਗੀ ਸੀ ਨਾ ਮੈਂ ਹੁਣ ਮੰਗੂਗਾ। ਮੇਰੀ ਪਹਿਲੇ ਦਿਨ ਤੋਂ ਇਹੀ ਕੋਸ਼ਿਸ਼ ਹੁੰਦੀ ਹੈ ਕਿ ਜਿੱਦਾਂ ਕਿ ਦੇਖੋ ਮੈਂ ਪੜ੍ਹਿਆ ਲਿਖਿਆ, ਤਾਂ ਆਪਾਂ ਦੇਖਦੇ ਹਾਂ ਰੋਜ਼ ਖਬਰਾਂ ਦੇ ਵਿੱਚ, ਅਖਬਾਰਾਂ ਦੇ ਵਿੱਚ ਦੇਖਦੇ ਹਾਂ ਇੱਥੇ ਆਹ ਘਪਲਾ ਹੋ ਗਿਆ, ਬਹੁਤ ਘਪਲਾ ਹੋ ਗਿਆ। ਇਸ ਘਪਲਿਆਂ ਦਾ ਸਭ ਤੋਂ ਵੱਡਾ ਕਾਰਨ ਹੈ ਅਵੇਅਰਨੈਸ ਨਾ ਹੋਣਾ। ਲੋਕਾਂ ਨੂੰ ਔਰ ਲੋਕ ਦੇ ਨੇਤਾਵਾਂ ਨੂੰ ਸਭ ਤੋਂ ਵੱਡੀ ਕਮੀ ਇਹੀ ਹੈ, ਆਪਣੇ ਅਧਿਕਾਰਾਂ ਬਾਰੇ ਵੀ ਨਹੀਂ ਪਤਾ ਹੁੰਦਾ ਕਿ ਸਾਡੇ ਅਧਿਕਾਰ ਕੀ ਨੇ, ਤਾਂ ਉਹਨਾਂ ਨੂੰ ਮੋਹਰਾ ਬਣਾ ਕੇ ਯੂਜ਼ ਕੀਤਾ ਜਾਂਦਾ ਹੈ। ਰਹੀ ਗੱਲ ਤੁਸੀਂ ਕਿਹਾ ਵੀ MC ਕਟਹਿਰੇ ਦੇ ਵਿੱਚ ਖੜੇ ਕੀਤੇ ਗਏ, ਜਦੋਂ ਕੋਈ ਵੀ MC ਪਾਰਸ਼ਦ ਦੇ ਇਲੈਕਸ਼ਨ ਲੜਦਾ ਹੈ, ਕਾਉਂਸਲਰ ਦੇ ਇਲੈਕਸ਼ਨ ਲੜਦਾ ਹੈ, ਤਾਂ ਆਪਾਂ ਦੇਖਦੇ ਹਾਂ ਸਰੇਆਮ ਸ਼ਰਾਬ ਨਸ਼ੇ ਦੀ ਵਰਤੋਂ ਹੁੰਦੀ ਹੈ, ਵੋਟਾਂ ਦੀ ਵਿਕਰੀ ਹੁੰਦੀ ਹੈ, ਖਰੀਦਦਾਰੀ ਕੀਤੀ ਜਾਂਦੀ ਹੈ। ਦੇਖੋ ਆਪਾਂ ਸਾਰੇ ਵਪਾਰੀਆਂ, ਜਦੋਂ ਆਪਾਂ ਕਿਸੇ ਤੋਂ ਕੋਈ ਵੋਟ ਦੀ ਖਰੀਦਦਾਰੀ ਕਰਾਂਗੇ ਜਾਂ ਕੋਈ ਪੈਸਾ ਇਨਵੈਸਟ ਕਰਾਂਗੇ ਤਾਂ ਸਭ ਤੋਂ ਪਹਿਲਾਂ ਉਹਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਮੈਂ ਆਪਣਾ ਪੈਸਾ ਸਨੇ ਵਿਆਜ ਰਿਕਵਰ ਕਰਾਂ। ਅਤੇ ਸਭ ਤੋਂ ਪਹਿਲਾਂ ਤਾਂ ਮੈਨੇ ਇਹੀ ਪ੍ਰੋਮਿਸ ਕੀਤਾ ਆਪਣੀ ਪੂਰੀ ਟੀਮ ਨੂੰ, ਮੈਨੂੰ ਚਾਹੇ ਵੋਟ ਇੱਕ ਵੀ ਨਾ ਪਵੇ, ਮੈਂ ਕਿਸੇ ਤਰ੍ਹਾਂ ਦੀ ਨਸ਼ੇ ਦੀ ਵਰਤੋਂ ਨਹੀਂ ਕਰਾਂਗਾ ਔਰ ਨਾ ਹੀ ਕੋਈ ਵੋਟ ਖਰੀਦਾਂਗਾ। ਮੇਰੇ ਕੋਲ ਆਫਰਸ ਆਏ ਵੀ ਨੇ, ਪਰ ਮੈਂ ਕਿਹਾ ਵੀ ਮੈਂ ਇਸ ਤਰ੍ਹਾਂ ਦਾ ਪ੍ਰਬੰਧ ਬਿਲਕੁਲ ਨਹੀਂ ਕਰਨਾ। ਮੇਰੇ ਯਾਰਾਂ ਮਿੱਤਰਾਂ ਨੇ ਸਭ ਤੋਂ ਪਹਿਲਾਂ ਮੈਨੂੰ ਇਹੀ ਪੁੱਛਿਆ ਕਿ ਭਾਈ ਤੇਰੇ ਕੋਲ ਕਿੰਨੇ ਪੈਸੇ ਦਾ ਬਜਟ ਹੈ। ਮੈਂ ਕਿਹਾ ਵੋਟਾਂ ਲਈ ਪੈਸਿਆਂ ਦਾ, ਕਹਿੰਦੇ ਸਭ ਤੋਂ ਪਹਿਲਾਂ ਤਾਂ ਕੰਮ ਹੀ ਇਹ ਹੁੰਦਾ ਮੇਨ। ਅਤੇ ਇਸ ਲਈ ਮੈਂ ਭਰੋਸਾ ਦਿਵਾਉਣਾ, ਨਾ ਮੈਂ ਵੋਟ ਕੋਈ ਖਰੀਦਣੀ ਹੈ ਨਾ ਨਸ਼ੇ ਦੀ ਵਰਤੋਂ ਕਰਨੀ ਹੈ। ਤਾਂ ਸਭ ਤੋਂ ਪਹਿਲਾਂ ਤਾਂ ਸਵਾਲ ਇਹੀ ਖਤਮ ਹੋ ਜਾਂਦਾ ਹੈ, ਜਦੋਂ ਮੈਂ ਪੈਸਾ ਲਗਾਵਾਂਗਾ ਨਹੀਂ ਤਾਂ ਮੈਨੂੰ ਰਿਕਵਰੀ ਦੀ ਵੀ ਕੋਈ ਟੈਨਸ਼ਨ ਨਹੀਂ ਰਹੂਗੀ। ਅਤੇ ਦੂਸਰੀ ਗੱਲ ਰਹੀ ਕਿ ਮੈਂ ਅਪੀਲ ਕਿਉਂ ਕਰੂੰਗਾ, ਮੈਂ ਸਿਰਫ ਵਾਰਡ ਨੰਬਰ 12 ਦੇ ਨਹੀਂ, ਮੈਂ ਪੂਰੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਕਰਾਂਗਾ, ਤੁਸੀਂ ਮੈਨੂੰ ਵੋਟ ਨਾ ਕਰੋ, ਤੁਸੀਂ ਸਿਰਫ ਇਹ ਕੰਪੇਅਰ ਕਰੋ ਜੋ ਵੀ ਤੁਹਾਡੇ ਵਾਰਡ ਦੇ ਵਿੱਚ ਕੈਂਡੀਡੇਟ ਖੜੇ ਨੇ, ਉਹਨਾਂ ਦਾ ਪਿਛੋਕੜ, ਉਹਨਾਂ ਦੇ ਅੱਜ ਤੱਕ ਦੇ ਕੀਤੇ ਕੰਮ ਅਤੇ ਉਹਨਾਂ ਦਾ ਰਵੱਈਆ ਜੋ ਸਮਾਜ ਦੇ ਪ੍ਰਤੀ ਹੈ, ਉਹਨਾਂ ਨੂੰ ਕੰਪੇਅਰ ਕਰੋ। ਤੁਹਾਨੂੰ ਅਗਰ ਮੇਰੇ ਵਿੱਚ ਕੋਈ ਇਸ ਤਰ੍ਹਾਂ ਦੀ ਖੂਬੀ ਲੱਗਦੀ ਹੈ ਜਾਂ ਮੇਰੇ ਕਿਸੇ ਕਿਤੇ ਕੰਮ ਨਾਲ ਤੁਸੀਂ ਸਹਿਮਤ ਹੋ, ਖੁਸ਼ ਹੋ ਕਿ ਹਾਂ ਮੈਂ ਕੋਈ ਚੰਗਾ ਕੰਮ ਕੀਤਾ ਹੈ ਅਤੇ ਅੱਗੇ ਕਰ ਸਕਦੇ ਹਾਂ, ਤਾਂ ਤੁਸੀਂ ਮੈਨੂੰ ਵੋਟ ਕਰੋ। ਅਗਰ ਤੁਹਾਨੂੰ ਲੱਗਦਾ ਹੈ ਕਿ ਮੈਂ ਕਿਸੇ ਨਾਲ ਠੱਗੀ ਮਾਰੀ ਹੈ ਇਸ ਤੋਂ ਪਹਿਲਾਂ, ਜਾਂ ਕਿਸੇ ਨੂੰ ਝੂਠ ਬੋਲਿਆ ਹੈ, ਜਾਂ ਕਿਸੇ ਦਾ ਕੋਈ ਮਾੜਾ ਕੰਮ ਕੀਤਾ ਹੈ, ਜਾਂ ਮੈਂ ਕੋਈ ਚੰਗਾ ਕੰਮ ਨਹੀਂ ਕੀਤਾ, ਤੁਸੀਂ ਮੈਨੂੰ ਬਿਲਕੁਲ ਵੀ ਵੋਟ ਨਹੀਂ ਕਰਨਾ। ਜੋ ਕੈਂਡੀਡੇਟ ਮੇਰੇ ਨਾਲੋਂ ਵਧੀਆ ਹੈ ਜਾਂ ਮੇਰੇ ਨਾਲੋਂ ਵਧੀਆ ਕੰਮ ਕੀਤੇ ਨੇ ਜਾਂ ਕਰ ਸਕਦਾ, ਤੁਸੀਂ ਉਹਨੂੰ ਕਰੋ। ਮੈਂ ਆਪਣੇ ਲਈ ਵੋਟ ਬਿਲਕੁਲ ਨਹੀਂ ਮੰਗਦਾ। ਔਰ ਇਹ ਅਪੀਲ ਮੈਂ ਪੂਰੇ ਸ਼ਹਿਰ ਨੂੰ ਕਰਨਾ ਚਾਹਾਂਗਾ ਕਿ ਹਰ ਵਾਰਡ ਦੇ ਵਿੱਚ ਤੁਸੀਂ ਇਸੇ ਤਰ੍ਹਾਂ ਆਪਣੇ ਉਮੀਦਵਾਰਾਂ ਦੀ ਪਹਿਚਾਣ ਕਰੋ ਅਤੇ ਉਹਨਾਂ ਦਾ ਪਰਖ ਕਰੋ, ਜੋ ਤੁਹਾਨੂੰ ਸਭ ਤੋਂ ਵਧੀਆ, ਇਮਾਨਦਾਰ ਜਾਂ ਸਮਾਜ ਸੇਵੀ ਲੱਗਦਾ ਹੈ ਉਹ ਕਰੋ। ਜ਼ਿਆਦਾਤਰ ਚੋਣ ਪ੍ਰਚਾਰ ਦੇ ਵਿੱਚ ਹਰ ਇੱਕ ਪੋਸਟਰ, ਸ਼ਬਦ, ਫਲੈਕਸ ਦੇ ਵਿੱਚ ਇੱਕੋ ਹੀ ਵਰਡਿੰਗ ਹੁੰਦੀ ਹੈ, ਪੜ੍ਹਿਆ ਲਿਖਿਆ, ਸੂਝਵਾਨ, ਸਮਾਜ ਸੇਵੀ। ਮੈਨੂੰ ਨਹੀਂ ਪਤਾ ਕੌਣ ਕਿੰਨਾ ਕੁ ਪੜ੍ਹਿਆ ਲਿਖਿਆ ਹੈ। ਉਹੀ ਗੱਲ, ਮੈਂ ਅੱਜ ਕੱਲ੍ਹ ਬੜਾ ਸੋਸ਼ਲ ਮੀਡੀਆ 'ਤੇ ਟਰੈਂਡ ਚੱਲ ਰਿਹਾ ਹੈਗਾ ਕਿ ਭਾਈ ਪੜ੍ਹੇ ਲਿਖੇ ਤਾਂ ਲਿਖੀ ਜਾਂਦੇ ਹੋ, ਇਹ ਤਾਂ ਦੱਸ ਦਿਓ ਵੀ ਪੜ੍ਹਿਆ ਕਿੰਨਾ। ਜਿੱਦਾਂ ਕਿ ਮੈਂ IT ਡਿਪਲੋਮਾ ਪਲੱਸ ਗ੍ਰੈਜੂਏਟ ਹਾਂ ਔਰ ਪਿਛਲੇ 16 ਸਾਲ ਤੋਂ ਕੰਪਿਊਟਰ ਟੈਕਨੋਲੋਜੀ ਨਾਲ ਮੈਂ ਜੁੜਿਆ ਹੋਇਆ, ਅਤੇ ਲਗਭਗ ਸਾਰਾ ਬੁਢਲਾਡਾ ਮੈਨੂੰ ਇਸ ਜਾਣਦਾ ਵੀ ਹੈ ਮੇਰੀ ਫਰਮ ਦੇ ਨਾਂ 'ਤੇ। ਅਤੇ ਉਸ ਤੋਂ ਇਲਾਵਾ ਅਗਲਾ ਕਹਿੰਦਾ ਜੀ ਸਮਾਜ ਸੇਵੀ। ਉਹੀ ਤੁਹਾਡਾ ਸਭ ਤੋਂ ਪਹਿਲਾ ਸਵਾਲ ਸੀ ਕਿ ਤੁਸੀਂ ਸੋਸ਼ਲ ਵਰਕ ਵੋਟਾਂ ਦੇ ਕਾਰਨ ਹੀ ਸ਼ੁਰੂ ਕੀਤਾ ਸੀ। ਇਹ ਉਹ ਲੋਕ ਤਾਂ ਸ਼ਾਇਦ ਕਰਦੇ ਨੇ ਕਿ ਜਦੋਂ ਵੋਟਾਂ ਨੇੜੇ ਆ ਜਾਂਦੀਆਂ ਨੇ, ਸੋਸ਼ਲ ਮੀਡੀਆ ਦੇ ਵਿੱਚ ਕਿਸੇ ਨੂੰ ਕੁਝ ਦੇ ਰਹੇ ਨੇ ਤਾਂ ਸਭ ਤੋਂ ਪਹਿਲਾਂ ਆਪਣੀ ਫੋਟੋ ਪਾਈਏ। ਪਰ ਜਿਸ ਫਾਊਂਡੇਸ਼ਨ ਨਾਲ ਮੈਂ ਜੁੜਿਆ ਸੀ, ਸਾਡੇ ਲਾਅ ਦੇ ਵਿੱਚ ਸਭ ਤੋਂ ਪਹਿਲੀ ਕੰਡੀਸ਼ਨ ਹੀ ਇਹ ਹੁੰਦੀ ਸੀ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਦੋਂ ਕੋਈ ਸੇਵਾ ਕਰ ਰਹੇ ਹੋ ਜਾਂ ਦਾਨ ਕਰ ਰਹੇ ਹੋ ਤਾਂ ਸਾਡੇ ਕਿਸੇ ਵੀ ਮੈਂਬਰ ਨੂੰ ਆਪਣਾ ਚਿਹਰਾ ਦਿਖਾਉਣਾ ਅਲਾਊਡ ਨਹੀਂ ਸੀ। ਔਰ ਇਸ ਚੀਜ਼ ਨੂੰ ਮੈਂ ਪੂਰਾ ਤਰ੍ਹਾਂ ਚੈਲੰਜ ਕਰਦਾ ਵੀ ਅੱਜ ਤੱਕ ਦੀ ਸਾਡੀ ਫਾਊਂਡੇਸ਼ਨ ਦੀ ਜਿੰਨੀ ਵੀ ਗਤੀਵਿਧੀ ਰਹੀ ਹੈ, ਅਗਰ ਕੋਈ ਵੀ ਬੰਦਾ ਇਹ ਸਾਬਤ ਕਰ ਦੇ ਕਿ ਤੁਹਾਡੀ ਇਸ ਗਤੀਵਿਧੀ ਦੇ ਵਿੱਚ ਤੁਹਾਡੇ ਕਿਸੇ ਮੈਂਬਰ ਦਾ ਪ੍ਰਚਾਰ ਹੋ ਰਿਹਾ ਸੀ ਤਾਂ ਉਸ ਗੱਲ ਦੇ ਅਸੀਂ ਦੇਣਦਾਰ ਹੋਵਾਂਗੇ। ਉਸੇ ਤਰ੍ਹਾਂ ਸੂਝਵਾਨ, ਸੂਝਵਾਨ ਇੱਕ ਸ਼ਬਦ ਬੜਾ ਪੈਟ ਜਿਹਾ ਸ਼ਬਦ ਲਿਖਿਆ ਹੁੰਦਾ ਹੈ। ਸੂਝਵਾਨ ਦਾ ਮਤਲਬ ਤਾਂ ਇਹੀ ਹੁੰਦਾ ਹੈ ਕਿ ਅਸੀਂ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਈਏ ਅਤੇ ਲੋਕਾਂ ਨੂੰ ਉਹਨਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰ ਸਕੀਏ। ਹੁਣ ਇਹ ਤਾਂ ਲੋਕ ਆਪਣੀਆਂ ਅਗਲੀਆਂ ਪਿਛਲੀਆਂ ਗਤੀਵਿਧੀਆਂ ਨੂੰ ਦੇਖ ਕੇ ਹੀ ਫੈਸਲਾ ਕਰ ਸਕਦੇ ਨੇ। ਮੈਂ ਤਾਂ ਸੂਝਵਾਨ ਆਪਦਿਆਂ ਨੂੰ ਲਿਖ ਹੀ ਦੇਵਾਂਗਾ, ਪਰ ਲੋਕਾਂ ਨੇ ਦੇਖਣਾ ਵੀ ਸੂਝਵਾਨ ਵਾਕਈ ਕੌਣ ਹੈ, ਕੋਈ ਨਹੀਂ ਹੈ। ਜੀ
ਤਾਂ ਬੜੀਆਂ ਬੇਬਾਕ ਜਿਹੀਆਂ ਗੱਲਾਂ ਕੀਤੀਆਂ ਨੇ ਜੀ ਵਾਰਡ ਨੰਬਰ 12 ਦੇ ਉਮੀਦਵਾਰ ਸੋਨੂ ਬੰਸਲ ਜੀ। ਤਾਂ ਅੱਜ ਸੀ ਜੀ ਅਸੀਂ ਵਾਰਡ ਨੰਬਰ 12 ਦੇ ਵਿੱਚ, ਤੇ ਅਗਲੀ ਮੁਲਾਕਾਤ ਕਰਦੇ ਹਾਂ ਕਿਸੇ ਹੋਰ ਉਮੀਦਵਾਰ ਨਾਲ ਕਿਸੇ ਹੋਰ ਵਾਰਡ ਦੇ ਵਿੱਚ। ਤਦ ਤੱਕ ਲਈ ਦਿਓ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ।